गुरु जी की साजी नवाजी गुरु रूप गुरु प्यारी साध संगत जी, वाहिगुरु जी का खालसा वाहिगुरु जी की फतेह। गुरमुख प्यारिओ, जो अज का दिहाड़ा है दूजे पातशाह धन धन श्री गुरु अंगद देव जी महाराज, उन्हों का अज प्रकाश दिहाड़ा है। समूह सिख संगतां नूं अज दे दिहाड़े दी लख लख वधाई होवे। ते जो आपां नूं गुरबाणी गुरु विच सतगुरां ने उपदेश दिता है, किवें गुरु अंगद देव जी महाराज नूं ये जो निधान खजाना नाम की प्राप्ति हुई, वो फिर आपां नूं गुरबाणी गुरु राही उन्होंने सारा भेद दिता। जिस वरताए महाराज फरमाउंदे, गुरु अंगद दियो निधान अकथ कथा ज्ञान। बई गुरु अंगद देव जी नूं निधान हुंदा खजाना, बई जो नाम का खजाना सी निधान, उहदी किवें प्राप्ति हुई, किवें अकथ का ज्ञान उन्होंने सारी सोझी हुई, वो फिर आपां नूं सतगुरु समझाउंदे। पहला उन्हों का नाम भाई लैणा जी सी, ते देवी दे भगत सी। जाते हुंदे सी चालियां ते भेटा गाउंदे सी।
ਇਸੇ ਸਿੱਖ ਦਾ ਸੰਗ ਹੋਇਆ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਸੰਗ ਕਰਦਾ ਸੀ। ਉਹਨਾਂ ਦੇ ਨਾਲ ਵਿਚਾਰ ਹੋਈ ਅਤੇ ਉਹਨਾਂ ਨੂੰ ਉਹਨਾਂ ਦੀ ਵਿਚਾਰ ਚੰਗੀ ਲੱਗੀ। ਇਹ ਉਹਨਾਂ ਦੇ ਮਨ ਦੇ ਵਿੱਚ ਵੀ ਇੱਛਾ ਪੈਦਾ ਹੋਈ ਵੀ ਗੁਰੂ ਨਾਨਕ ਦੇਵ ਜੀ ਨੂੰ ਮਿਲਿਆ ਜਾਵੇ। ਸਮਾਂ ਆਇਆ ਵੀ ਉਹਨਾਂ ਨੇ ਜਾ ਰਹੇ ਸੀ ਮਾਤਾ ਦੇ ਚਾਲਿਆਂ 'ਤੇ ਮੁਖੀ ਹੋ ਕੇ ਚੱਲਦੇ ਮੂਹਰੇ। ਅਤੇ ਗੁਰੂ ਨਾਨਕ ਪਾਤਸ਼ਾਹ ਉਦੋਂ ਉਦਾਸੀਆਂ ਤੋਂ ਫਿਰ ਕਰਤਾਰਪੁਰ ਆ ਕੇ ਖੇਤੀ ਕਰਦੇ ਸੀ। ਜਦੋਂ ਫਿਰ ਉਹ ਉੱਥੋਂ ਦੀ ਗੁਜ਼ਰੇ ਜਾਣਾ ਸੀ ਅਤੇ ਉਹਨਾਂ ਦੇ ਮਨ ਦੇ ਵਿੱਚ ਵਿਚਾਰ ਆਇਆ ਵੀ ਕਿਉਂ ਨਾ ਉਹਨਾਂ ਨੂੰ ਮਿਲ ਕੇ ਜਾਇਆ ਜਾਵੇ। ਜਦੋਂ ਮਿਲਣ ਵਾਸਤੇ ਗਏ ਗੁਰੂ ਨਾਨਕ ਦੇਵ ਜੀ ਨਾਲ ਵਿਚਾਰ ਹੋਈ। ਇਹ ਮਹਾਰਾਜ ਉਹਨਾਂ ਤੋਂ ਪੁੱਛਣ ਲੱਗੇ ਬਈ ਭਾਈ ਲਹਿਣਾ ਜੀ ਵੀ ਜਦੋਂ ਤੁਸੀਂ ਮਾਤਾ ਦੇ ਜਾਂਦੇ ਹੋ ਵੀ ਉਹ ਮਾਤਾ ਤੁਹਾਨੂੰ ਕੀ ਉਪਦੇਸ਼ ਕਰਦੀ, ਫਿਰ ਤੁਸੀਂ ਉਸ ਉਪਦੇਸ਼ ਨੂੰ ਕਿਵੇਂ ਕਮਾਉਂਦੇ ਹੋ, ਕਿਵੇਂ ਫਿਰ ਉਸ ਰਸਤੇ ਉੱਤੇ ਚੱਲਦੇ ਹੋ, ਉਹਨਾਂ ਦੇ ਵਿੱਚੋਂ ਕੋਈ ਵਿਚਾਰ ਸੁਣਾਓ। ਹੁਣ ਭਾਈ ਲਹਿਣਾ ਜੀ ਕਹਿਣ ਲੱਗੇ ਵੀ ਉਹ ਸਾਨੂੰ ਕੋਈ ਉਪਦੇਸ਼ ਤਾਂ ਉੱਥੇ ਕੋਈ ਨਹੀਂ ਕਰਦੀ, ਉਹ ਤਾਂ ਇੱਕ ਪੱਥਰ ਦੀ ਮੂਰਤੀ ਵੀ ਉਹਦੇ ਅੱਗੇ ਅਸੀਂ ਭੇਟਾ ਗਾਉਂਦੇ ਹਾਂ ਅਤੇ ਗਾ ਕੇ ਵਾਪਸ ਆ ਜਾਈਦਾ। ਉਹ ਤਾਂ ਸਾਨੂੰ ਕੋਈ ਉਪਦੇਸ਼ ਨਹੀਂ ਕਰਦੀ, ਉਹ ਤਾਂ ਨਹੀਂ ਬੋਲਦੀ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਫਿਰ ਜੇ ਤੁਹਾਨੂੰ ਜਿਹੜੇ ਦੇਵੀ ਦੇਵਤੇ ਬੋਲਦੇ ਜੇ ਉਹਨਾਂ ਨੂੰ ਬੁਲਾਈਏ। ਅਤੇ ਬੜੇ ਖੁਸ਼ ਹੋਏ ਵੀ ਮਿਲਾਓ ਜੀ। ਮਹਾਰਾਜ ਕਹਿੰਦੇ ਵੀ ਅੱਜ ਫਿਰ ਰਾਤ ਰੁਕੋ ਅਤੇ ਜਦੋਂ ਸੁਬਾਹ ਹੋਏਗੀ ਫਿਰ ਤੁਹਾਨੂੰ ਮਿਲਾਵਾਂਗੇ। ਸਵੇਰੇ ਸ਼ਾਮ ਇਸੇ ਤਰ੍ਹਾਂ ਸੰਗਤ ਆਉਂਦੀ, ਗੁਰੂ ਨਾਨਕ ਪਾਤਸ਼ਾਹ ਕਥਾ ਕਰਦੇ। ਸਵੇਰੇ ਸੰਗਤ ਆਈ, ਆ ਕੇ ਜਿਵੇਂ ਆਪਾਂ ਗੁਰੂ ਘਰ ਆਉਂਦੇ ਇੱਥੇ ਆ ਕੇ ਗੁਰਮੁਖ ਸੇਵਾ ਕਰਦੇ, ਬੀਬੀਆਂ ਸੇਵਾ ਕਰਨ। ਇਸੇ ਤਰ੍ਹਾਂ ਹੀ ਗੁਰਮੁਖ ਬੀਬੀਆਂ ਆਉਂਦੀਆਂ ਵੀ ਝਾੜੂ ਦਿੰਦੇ, ਫਿਰ ਛਿੜਕਾਅ ਹੁੰਦਾ, ਫਿਰ ਵਿਛਾਈ ਕਰਦੇ ਅਤੇ ਫਿਰ ਸੰਗਤਾਂ ਬੈਠਦੀਆਂ ਅਤੇ ਫਿਰ ਵਿਚਾਰ ਹੁੰਦੀ, ਸਿਮਰਨ ਹੁੰਦਾ। ਗੁਰੂ ਨਾਨਕ ਪਾਤਸ਼ਾਹ ਭਾਈ ਲਹਿਣਾ ਜੀ ਨੂੰ ਕਹਿੰਦੇ ਵੀ ਆਓ ਤੁਹਾਨੂੰ ਜਿਹੜੇ ਦੇਵੀ ਦੇਵਤੇ ਉਹਨਾਂ ਨੂੰ ਮਿਲਾਉਂਦੇ। ਹੁਣ ਉਹਨਾਂ ਨੇ ਫਿਰ ਦੱਸਿਆ ਬੀਬੀਆਂ ਸੇਵਾ ਕਰ ਰਹੀਆਂ ਸੀ, ਨਾਲ ਨਾਲ ਸਿਮਰਨ ਅਤੇ ਨਾਲ ਨਾਲ ਸੇਵਾ ਕਰਤੀ। ਗੁਰਮੁਖ ਨੇ ਨਾਲ ਨਾਲ ਸੇਵਾ ਕਰਦੇ, ਨਾਲ ਨਾਲ ਸਿਮਰਨ ਕਰ ਰਹੇ। ਮਹਾਰਾਜ ਕਹਿਣ ਲੱਗੇ ਵੀ ਉਹ ਦੇਖੋ ਉਹ ਦੇਵੀ ਅਤੇ ਦੇਵਤੇ। ਅਤੇ ਉਹ ਕਹਿਣ ਲੱਗੇ ਵੀ ਉਹ ਤਾਂ ਆਪਣੇ ਵਾਂਗੂ ਹੀ ਨੇ। ਮਹਾਰਾਜ ਨੇ ਫਿਰ ਦੱਸਿਆ ਵੀ ਜਿਹਦੇ ਅੰਦਰ ਅਨਹਦ ਬਾਣੀ ਪ੍ਰਗਟ, ਜਿਹੜੀ ਬੀਬੀ ਸਿਮਰਨ ਕਰਦੀ ਹੈ, ਜਿਹਦੇ ਅੰਦਰ ਅਨਹਦ ਬਾਣੀ ਪ੍ਰਗਟ, ਉਹ ਮਾਨਸ ਜਾਮੇ ਵਿੱਚ ਹੁੰਦੀ ਹੋਈ ਵੀ ਉਹ ਦੇਵੀ। ਇਹ ਜਿਹੜੇ ਗੁਰਮੁਖ ਨੇ ਜਿਨ੍ਹਾਂ ਦੇ ਅੰਦਰ ਅਨਹਦ ਬਾਣੀ ਪ੍ਰਗਟ ਅਤੇ ਜਿਹੜੇ ਸਿਮਰਨ ਭਗਤੀ ਕਰਦੇ, ਉਹ ਮਾਨਸ ਜਾਮੇ ਵਿੱਚ ਹੁੰਦੇ ਹੋਏ ਵੀ ਉਹ ਦੇਵਤੇ ਨੇ। ਮਹਾਰਾਜ ਗੁਰਬਾਣੀ 'ਚ ਦੱਸਦੇ ਵੀ ਜਦੋਂ ਆਪਣੇ ਅੰਦਰ ਅਨਹਦ ਬਾਣੀ ਪ੍ਰਗਟ ਹੋ ਜਾਂਦੀ, ਉਦੋਂ ਆਪਣਾ ਜਿਹੜਾ ਮਨ ਹੈ ਇਹ ਮਾਨਸ ਤੋਂ ਦੇਵਤਾ ਬਣ ਜਾਂਦਾ। ਮਹਾਰਾਜ ਫਰਮਾਉਂਦੇ ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਨ ਮਾਨਸ ਤੇ ਦੇਵਤੇ ਕੀ ਕਰਤ ਨ ਲਾਗੀ ਵਾਰ। ਬਈ ਉਹ ਗੁਰਮੁਖ, ਉਹ ਬੀਬੀਆਂ ਦੇਵੀਆਂ ਅਤੇ ਦੇਵਤੇ ਨੇ ਜਿਨ੍ਹਾਂ ਦੇ ਅੰਦਰ ਅਨਹਦ ਬਾਣੀ ਪ੍ਰਗਟ। ਇਹ ਮਹਾਰਾਜ ਕਹਿੰਦੇ ਵੀ ਤੁਸੀਂ ਇਹਨਾਂ ਨਾਲ ਵਿਚਾਰ ਕਰੋ ਅਤੇ ਬੋਲਣਗੇ ਵੀ, ਦੱਸਣਗੇ ਵੀ, ਇਹ ਉਪਦੇਸ਼ ਵੀ ਕਰਨਗੇ ਬਈ ਇਹ ਕਿਵੇਂ ਮਾਨਸ ਤੋਂ ਦੇਵਤੇ ਬਣੇ, ਕਿਵੇਂ ਅਨਹਦ ਬਾਣੀ ਤੱਕ ਪਹੁੰਚੇ। ਇਹ ਸਾਰਾ ਦੱਸਣਗੇ ਆਪਾਂ ਨੂੰ ਵੀ ਆਪਾਂ ਵੀ ਮਾਨਸ ਤੋਂ ਦੇਵਤੇ ਬਣ ਸਕਦੇ। ਫਿਰ ਉਹਨਾਂ ਨੂੰ ਸਮਝ ਲੱਗ ਗਈ।
ਫਿਰ ਜਦੋਂ ਜਾਣਾ ਸੀ ਤੇ ਗੁਰੂ ਨਾਨਕ ਪਾਤਸ਼ਾਹ ਆਖਣ ਲੱਗੇ ਵੀ ਭਾਈ ਲਹਿਣਾ ਜੀ ਜਦੋਂ ਵਾਪਸ ਮੁੜਦੇ ਹੋਏ ਫਿਰ ਦਰਸ਼ਨ ਦੇ ਕੇ ਜਾਏ। ਤੇ ਫਿਰ ਉਹ ਭਾਈ ਲਹਿਣਾ ਜੀ ਕਹਿਣ ਲੱਗੇ ਵੀ ਹੁਣ ਕਿੱਥੇ ਜਾਣਾ। ਫਿਰ ਜਿਹੜੀ ਸੰਗਤ ਨਾਲ ਸੀ ਉਹਨਾਂ ਨੂੰ ਤੋਰ ਦਿੱਤਾ, ਆਪ ਫਿਰ ਉੱਥੇ ਹੀ ਰੁਕ ਗਏ, ਉੱਥੇ ਹੀ ਰਹਿ ਪਏ। ਫਿਰ ਉੱਥੇ ਰਹਿ ਕੇ ਫਿਰ ਉਹਨਾਂ ਨੇ ਅਭਿਆਸ ਕੀਤਾ ਮਹਾਰਾਜ ਤੋਂ। ਫਿਰ ਸਿੱਖਿਆ ਲੈ ਕੇ ਵੀ ਜੋ ਸਤਿਗੁਰੂ ਆਪਾਂ ਨੂੰ ਗੁਰਬਾਣੀ 'ਚ ਦੱਸਦੇ ਵੀ ਸਿਮਰਨ ਕਰਨ। ਫਿਰ ਉਹਨਾਂ ਨੇ ਸਿਮਰਨ ਕੀਤਾ ਤੇ ਇੰਨੀ ਸ਼ਬਦ ਦੀ ਕਮਾਈ ਕੀਤੀ ਬਈ ਦੇਹ ਤੋਂ ਵਧੇ ਹੋਣਾ ਸਿੱਖ ਲਿਆ। ਅੱਖ ਦੇ ਫੁਲਕਾਰੇ ਨਾਲ ਹੀ ਦੇਹ ਤੋਂ ਵਧੇ ਹੋ ਜਾਂਦੀ। ਜਿਸ ਵਰਥਾਏ ਮਹਾਰਾਜ ਫਰਮਾਉਂਦੇ ਨੇ ਆਪਾਂ ਨੂੰ ਬਈ ਇਸ ਤਰ੍ਹਾਂ ਅਸੀਂ ਸੁਣਨ 'ਚ ਸਮਾਉਣਾ ਸਿੱਖਣਾ ਹੁੰਦਾ। ਜੀਵਤ ਮਰੇ ਮਰੇ ਫਨ ਜੀਵੇ ਐਸੇ ਸੁਣ ਸਮਾਇਆ। ਬਈ ਜਦੋਂ ਸਾਡੀ ਇੱਛਾ ਅਸੀਂ ਸੁਣਨ 'ਚ ਆਪਦੇ ਘਰ ਚਲੇ ਜਾਈਏ, ਜਦੋਂ ਇੱਛਾ ਇੱਧਰ ਆ ਜਾਈਏ ਵਾਪਸ। ਉਹਨਾਂ ਨੇ ਫਿਰ ਇੰਨੀ ਜਲਦੀ ਸਿੱਖ ਲਿਆ। ਫਿਰ ਗੁਰੂ ਨਾਨਕ ਪਾਤਸ਼ਾਹ ਨੇ ਸਮਾਂ ਆਇਆ ਵੀ ਦੇਖਿਆ ਵੀ ਹੁਣ ਸਮਾਂ ਥੋੜ੍ਹਾ ਸਵਾਸਾਂ ਦਾ ਧੰਨ ਤੇ ਉਹਨਾਂ ਨੇ ਸੱਚ 'ਚ ਸਮਾਉਣਾ, ਲੀਨ ਹੋਣ। ਫਿਰ ਜਿਹੜੀ ਪਰਖ ਹੋਣੀ ਸੀ ਵੀ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਕੌਣ ਫਿਰ ਅੱਗੇ ਚਲਾਏਗਾ, ਸਾਰਾ ਕਥਾ ਦਾ ਭੇਤ ਦੇਏਗਾ ਜੀਵਨ। ਹੁਣ ਜਿਹੜੀ ਗੁਰੂ ਨੇ ਪਰਖ ਕਰਨੀ, ਪਰਖ ਮਨ ਦੀ ਹੁੰਦੀ, ਤਨ ਦੀ ਪਰਖ ਨਹੀਂ ਹੁੰਦੀ, ਸਰੀਰ ਦੀ। ਇਹਦੇ ਜਿਹੜੀ ਪਰਖ ਹੈ, ਪਰਖ ਮਨ ਦੀ ਹੋਣੀ ਵੀ ਮਨ ਹੁਕਮ ਦੇ ਵਿੱਚ ਹੈ ਕਿ ਜਾਂ ਨਹੀਂ, ਮਨ ਜਾਗਿਆ ਕਿ ਜਾਂ ਨਹੀਂ ਜਾਗਿਆ। ਹੁਣ ਮਹਾਰਾਜ ਨੇ ਫਿਰ ਸ਼ਰਤ ਇਹ ਰੱਖੀ, ਕਿਉਂਕਿ ਬਹੁਤ ਗੁਰਸਿੱਖ ਸੀ ਜਿਹੜੇ ਹੋਰ ਵੀ ਸਿਮਰਨ ਕਰਦੇ ਸੀ, ਅਭਿਆਸ ਕਰਦੇ ਸੀ। ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਵੀ ਸਭ ਤੋਂ ਪਹਿਲਾਂ ਜਿਹੜਾ ਸਾਨੂੰ ਦੇਹ ਤੋਂ ਵਧੇ ਹੋ ਕੇ ਸੁੰਨ ਮੰਡਲ 'ਚ ਮਿਲੇਗਾ। ਸੁੰਨ ਮੰਡਲ ਆਪਣਾ ਘਰ ਹੈ, ਜਿੱਥੇ ਆਪਾਂ ਸਾਰੇ ਸੌਣ ਤੋਂ ਮਗਰੋਂ ਜਾਂਦੇ, ਜਿਹਨੂੰ ਸੱਚਖੰਡ ਕਹਿੰਦੇ, ਨਿਰਭਉ ਨਗਰ, ਅਬਚਲ ਨਗਰ, ਬੇਗਮਪੁਰਾ ਸ਼ਹਿਰ। ਬਈ ਜਿਹੜਾ ਸਾਨੂੰ ਸਭ ਤੋਂ ਪਹਿਲਾਂ ਦੇਹ ਤੋਂ ਵਧੇ ਹੋ ਕੇ ਉੱਥੇ ਮਿਲੇਗਾ ਸੁੰਨ ਮੰਡਲ ਦੇ ਵਿੱਚ, ਉਹਨੂੰ ਫਿਰ ਇਹ ਖਜ਼ਾਨਾ ਦਵਾ ਕੇ ਅਕਾਲ ਪੁਰਖ ਤੋਂ ਫਿਰ ਅੱਗੇ ਉਹਨੂੰ ਗੁਰਤਾ ਗੱਦੀ ਦਿੱਤੀ ਜਾਏਗੀ ਤੇ ਉਹ ਫਿਰ ਅੱਗੇ ਇਸ ਪ੍ਰਚਾਰ ਨੂੰ ਤੁਰੇਗਾ। ਹੁਣ ਫਿਰ ਹੋਰ ਵੀ ਗੁਰਸਿੱਖ ਅਭਿਆਸ ਕਰਦੇ ਸੀ ਤੇ ਭਾਈ ਲਹਿਣਾ ਜੀ ਫਿਰ ਇੰਨਾ ਅਭਿਆਸ ਕਰ ਚੁੱਕੇ ਸੀ ਵੀ ਅੱਖ ਦੇ ਫੁਲਕਾਰੇ ਨਾਲ ਹੀ ਦੇਹ ਤੋਂ ਵੱਖ ਹੋ ਜਾਂਦੀ ਸੀ। ਫਿਰ ਉਹਨਾਂ ਨੇ ਜਦੋਂ ਇਹ ਸ਼ਰਤ ਰੱਖੀ, ਪਰਖ ਹੋਣੀ ਸੀ ਮਨ ਦੀ ਵੀ ਕਿਹੜਾ ਮਨ ਜਾਗਿਆ, ਕਿਹੜਾ ਉੱਥੇ ਮਿਲਦਾ ਜਾ ਕੇ। ਫਿਰ ਉਹ ਕਿਵੇਂ ਭਾਈ ਲਹਿਣਾ ਜੀ ਜਾ ਕੇ ਮਿਲੇ ਸੁੰਨ ਮੰਡਲ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੂੰ। ਫਿਰ ਉਹਨਾਂ ਨੇ ਆਪਣੀ ਬਾਣੀ ਵਿੱਚ ਆਪਾਂ ਨੂੰ ਦੱਸਿਆ ਵੀ ਕਿਵੇਂ ਉਹਨਾਂ ਨੂੰ ਗੁਰਤਾ ਗੱਦੀ ਮਿਲੀ। ਉਹ ਆਪਾਂ ਨੂੰ ਦੱਸਦੇ ਵੀ ਸਾਡੀ ਉਹ ਅਵਸਥਾ ਬਣ ਗਈ ਵੀ ਇਹਨਾਂ ਅੱਖਾਂ ਤੋਂ ਬਿਨਾਂ ਦੇਖਣਾ। ਹੁਣ ਆਪਾਂ ਤਾਂ ਇਹਨਾਂ ਅੱਖਾਂ ਨਾਲ ਦੇਖਦੇ ਹਾਂ ਨਾ, ਉਹ ਇਹਨਾਂ ਅੱਖਾਂ ਤੋਂ ਬਿਨਾਂ ਦੇਖਦੇ, ਉਹ ਜਿਹੜੀਆਂ ਸੂਖਮ ਅੱਖਾਂ ਵੀ ਜਿਹੜੇ ਮਨ ਦੇ ਨੇਤਰ ਨੇ। ਫਿਰ ਇਹਨਾਂ ਕੰਨਾਂ ਤੋਂ ਬਿਨਾਂ ਸੁਣਨਾ। ਹੁਣ ਆਪਾਂ ਤਾਂ ਆਹ ਕੰਨਾਂ ਨਾਲ ਸੁਣਦੇ ਹਾਂ, ਇਹਨਾਂ ਕੰਨਾਂ ਤੋਂ ਬਿਨਾਂ ਮਨ ਦੇ ਕੰਨ ਨੇ। ਫਿਰ ਇਹ ਰਸਨਾ ਤੋਂ ਬਿਨਾਂ ਬੋਲਣਾ। ਹੁਣ ਆਪਾਂ ਤਾਂ ਆਹ ਮੁੱਖ ਰਾਹੀਂ ਬੋਲਦੇ ਹਾਂ, ਇਹ ਮੁੱਖ ਤੋਂ ਬਿਨਾਂ ਬੋਲਣਾ ਉਹ ਮਨ ਦਾ ਮੁੱਖ। ਇਹਨਾਂ ਹੱਥਾਂ ਤੋਂ ਬਿਨਾਂ, ਇਹਨਾਂ ਪੈਰਾਂ ਤੋਂ ਬਿਨਾਂ ਚੱਲਣਾ। ਆਪਾਂ ਤਾਂ ਇਹਨਾਂ ਪੈਰਾਂ ਨਾਲ ਚੱਲਦੇ, ਇਹਨਾਂ ਪੈਰਾਂ ਤੋਂ ਬਿਨਾਂ ਚੱਲਣਾ। ਫਿਰ ਉਹਨਾਂ ਨੇ ਦੱਸਿਆ ਵੀ ਜਦੋਂ ਇਹ ਹੱਥ ਪੈਰ ਛੱਡ ਦਿੱਤੇ, ਜਦੋਂ ਇਹ ਨੇਤਰ ਛੱਡ ਦਿੱਤੇ, ਜਦੋਂ ਇਹ ਰਸਨਾ, ਜਦੋਂ ਇਹ ਕੰਨ, ਸਾਰਾ ਕੁਝ ਛੱਡ ਦਿੱਤਾ, ਇਹ ਦੇਹ ਨੂੰ ਛੱਡ ਦਿੱਤਾ। ਫਿਰ ਉਹਨਾਂ ਦਾ ਕਿਹੜੀ ਦੇਹ ਚੱਲੀ, ਕਿਹੜਾ ਆਕਾਰ ਚੱਲਿਆ, ਸੂਖਮ ਜਿਹੜਾ ਮਨ ਦਾ ਆਕਾਰ। ਫਿਰ ਉਹ ਆ ਖਾਲੀ ਖਲਾ ਦੇ ਵਿੱਚ ਸੁੰਨ ਮੰਡਲ ਦੇ ਵਿੱਚ ਗਏ।
ਇਵੇਂ ਗਏ ਮਹਾਰਾਜ ਦੱਸਦੇ ਆਪਾਂ ਨੂੰ, ਰਮਾਉਂਦੇ ਅੱਖੀਂ ਬਾਝੋਂ ਵੇਖਣਾ, ਬਿਨ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ, ਬਿਨ ਹੱਥਾਂ ਕਰਨਾ, ਜੀਵਾ ਬਾਝੋਂ ਬੋਲਣਾ, ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੇ ਤੋ ਖਸਮੇ ਮਿਲਣਾ। ਫਿਰ ਉਹਨਾਂ ਨੇ ਆਪਾਂ ਨੂੰ ਦੱਸਿਆ ਵੀ ਆਹ ਹੱਥ ਪੈਰ ਨਹੀਂ ਉੱਥੇ, ਇਹ ਹੱਥ ਪੈਰ ਛੱਡ ਦਿੱਤੇ, ਇਹ ਸਾਰਾ ਸਰੀਰ ਇਹਦੇ ਹੀ ਛੱਡ ਦਿੱਤੇ ਵੀ ਉੱਥੇ ਫਿਰ ਮਨ ਦਾ ਸੂਖਮ ਆਕਾਰ ਜਿਹੜਾ ਉਹ ਗਿਆ। ਅਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਪਹਿਲਾਂ ਹੀ ਉੱਥੇ ਮੌਜੂਦ ਸੀ। ਜਦੋਂ ਉਸੇ ਫਿਰ ਭਾਈ ਲਹਿਣਾ ਜੀ ਨੂੰ ਉਹਨਾਂ ਨੂੰ ਮਿਲੇ ਜਾ ਕੇ ਅਤੇ ਉਹਨਾਂ ਨੇ ਦੇਖਿਆ, ਫਿਰ ਉੱਥੇ ਉਹਨਾਂ ਨੂੰ ਆਖਿਆ ਵੀ ਤੁਸੀਂ ਅੱਜ ਤੋਂ ਸਾਡਾ ਅੰਗ ਹੋ। ਪਹਿਲਾਂ ਭਾਈ ਲਹਿਣਾ ਜੀ ਸੀ, ਫਿਰ ਅੰਗਤ ਉਹਨਾਂ ਦਾ ਨਾਮ ਦੱਸ। ਫਿਰ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਹੋ ਕੇ ਫਿਰ ਬੇਨਤੀ ਕੀਤੀ ਵੀ ਇਹਨਾਂ ਨੂੰ ਜਿਹੜਾ ਨਿਧਾਨ ਖਜ਼ਾਨਾ ਦਿਓ, ਫਿਰ ਇਹ ਅੱਗੇ ਜਿਹੜੀ ਡਿਊਟੀ ਉਹ ਨਿਭਾਉਣਗੇ। ਫਿਰ ਇਸੇ ਮਹਾਰਾਜ ਕਹਿੰਦੇ ਗੁਰ ਅੰਗਤ ਦਿਓ ਨਿਧਾਨ ਅਕਥ ਕਥਾ ਗਿਆਨ। ਬਈ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਫਿਰ ਉਹ ਨਿਧਾਨ ਜਿਹੜਾ ਖਜ਼ਾਨਾ ਸੀ ਨਾਮ, ਫਿਰ ਉਹਦੀ ਪ੍ਰਾਪਤੀ ਹੋਈ। ਹਰ ਹਰ ਨਾਮ ਨਿਧਾਨ ਹੈ ਗੁਰਮੁਖ ਪਾਇਆ ਜਾਏ। ਬਈ ਇਹ ਜਿਹੜਾ ਨਿਧਾਨ ਖਜ਼ਾਨਾ ਮਾਲਕ ਦਾ, ਫਿਰ ਗੁਰਮੁਖਾਂ ਨੂੰ ਇਹਦੀ ਪ੍ਰਾਪਤੀ ਹੋ ਜਾਂਦੀ। ਫਿਰ ਉਹਨਾਂ ਨੇ ਸਾਨੂੰ ਫਿਰ ਇਹ ਅੱਗੇ ਭੇਦ ਦੇਣਾ ਸ਼ੁਰੂ ਕੀਤਾ ਸੱਚ ਦਾ, ਨਾਮ ਦਾ। ਫਿਰ ਉਹਨਾਂ ਨੇ ਅੱਗੇ ਚਲਾਇਆ। ਸੋ ਜਿਨ੍ਹਾਂ ਜੀਵਾਂ ਨੂੰ ਫਿਰ ਇਹ ਨਹੀਂ ਭੇਦ ਹੁੰਦਾ ਸੁਖਮ ਦਾ, ਦਿੱਖ ਦਾ, ਫਿਰ ਉਹਨਾਂ ਨੇ ਮਨ ਘੜਤ ਜਿਹੜੀਆਂ ਸਾਖੀਆਂ ਸੀ ਉਹ ਬਣਾ ਲਈਆਂ, ਉਹ ਜੋੜ ਲਈਆਂ, ਜਿਨ੍ਹਾਂ ਦਾ ਗੁਰਬਾਣੀ ਨਾਲ ਕੋਈ ਵਾਹ ਵਾਸਤਾ ਹੀ ਨਹੀਂ। ਬਈ ਗੁਰੂ ਨਾਨਕ ਦੇਵ ਜੀ ਨੇ ਉਹ ਕਹਿੰਦੇ ਵੀ ਬਕਰਾਰ ਰੂਪ ਧਾਰਨ ਕਰ ਲਿਆ ਜੀ। ਜਾਓ ਜਾ ਰਹੇ ਸੀ, ਉਹਨਾਂ ਦੇ ਹੱਥ ਦੇ ਵਿੱਚ ਉਹ ਛਾਨਾ ਸੀ, ਲੋਟਾ, ਉਹਨਾਂ ਨੇ ਗੰਦੇ ਨਾਲੇ 'ਚ ਸੁੱਟ ਦਿੱਤਾ। ਅਤੇ ਆਪਦੇ ਬੱਚਿਆਂ ਨੂੰ ਆਖਿਆ ਵੀ ਕੱਢੋ, ਅਤੇ ਉਹ ਕਹਿੰਦੇ ਨਹੀਂ ਜੀ ਸਾਡੇ ਤਾਂ ਕੱਪੜੇ ਗੰਦੇ ਹੋ ਜਾਣਗੇ। ਅਤੇ ਭਾਈ ਲਹਿਣਾ ਜੀ ਵੜ ਗਏ। ਇਹ ਮਨ ਘੜਤ ਸਾਖੀਆਂ ਨੇ ਵੀ ਜਿਹੜੀਆਂ ਜੀਵਾਂ ਨੇ ਆਪਦੀ ਮੱਤ ਦੁਆਰਾ ਬਣਾਈਆਂ ਹੋਈਆਂ। ਜਾ ਕਹਿ ਦਿੰਦੇ ਬਈ ਉਹਨਾਂ ਨੇ ਬਕਰਾਰ ਰੂਪ ਧਾਰਨ ਕਰ ਲਿਆ ਜੋ ਇੱਟਾਂ ਮਾਰਨ ਲੱਗ ਗਏ। ਸਾਰੇ ਜੀਵ ਜਿਹੜੇ ਸੀ ਉਹ ਵਾਪਸ ਮੁੜ ਗਏ ਅਤੇ ਭਾਈ ਲਹਿਣਾ ਜੀ ਪਿੱਛੇ ਨਾ ਮੁੜੇ। ਉਹ ਅੱਗੇ ਚੱਲਦੇ ਗਏ ਅਤੇ ਅੱਗੇ ਕੋਈ ਮਰਦਾ ਪਿਆ ਸੀ। ਅਤੇ ਉਹਨਾਂ ਨੂੰ ਆਖਣ ਲੱਗੇ ਵੀ ਇਹਨੂੰ ਖਾਓ। ਅਤੇ ਉਹ ਕਹਿੰਦੇ ਜੀ ਵੀ ਕਿੱਧਰੋਂ ਸ਼ੁਰੂ ਕਰਾਂ, ਸਿਰ ਵੱਲੀਆਂ ਕਿ ਪੈਰਾਂ ਵੱਲੀਆਂ। ਅਤੇ ਜਦੋਂ ਕੱਪੜਾ ਚੁੱਕਿਆ ਅਤੇ ਉਹ ਪ੍ਰਸ਼ਾਦ ਬਣ ਗਿਆ ਜੀ। ਮਤਲਬ ਵੀ ਇਹ ਮਨ ਘੜਤ ਜੀਵਾਂ ਨੇ ਬਣਾਈਆਂ ਹੋਈਆਂ ਨੇ, ਜਿਨ੍ਹਾਂ ਨੂੰ ਗੁਰਬਾਣੀ ਗੁਰੂ ਦਾ ਕੋਈ ਭੇਦ ਨਹੀਂ, ਕੋਈ ਗਿਆਨ ਨਹੀਂ, ਕੋਈ ਸੋਝੀ ਨਹੀਂ। ਬਈ ਉਹ ਗੁਰੂ ਨਾਨਕ ਦੇਵ ਜੀ ਸਤਿਗੁਰੂ ਉਹਨਾਂ ਨੂੰ ਇਸ ਤਰ੍ਹਾਂ ਪੇਸ਼ ਕੀਤਾ ਹੈ ਬਈ ਜਿਵੇਂ ਉਹ ਕੋਈ ਜਾਦੂਗਰ ਹੁੰਦਾ ਹੈ। ਬਈ ਕੱਪੜਾ ਪਾਇਆ ਅਤੇ ਉਹ ਮੁੜ ਕੇ ਕੜਾਹ ਪ੍ਰਸ਼ਾਦ ਬਣ ਗਏ। ਹੁਣ ਇੱਦਾਂ ਦੀ ਕੋਈ ਗੱਲ ਨਹੀਂ ਸੀ, ਇਹ ਮਨ ਘੜਤ ਜੋੜਿਆ ਗਿਆ। ਅਤੇ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਬੜਾ ਸਪੱਸ਼ਟ ਦੱਸਿਆ ਮਹਾਰਾਜ ਨੇ ਵੀ ਇਸ ਤਰ੍ਹਾਂ ਜਦੋਂ ਅਸੀਂ ਦੇਹ ਤੋਂ ਵਧੇਹ ਹੋਣਾ ਸਿੱਖ ਲਿਆ ਵੀ ਫਿਰ ਜਾ ਕੇ ਅਸੀਂ ਸੁੰਨ ਮੰਡਲ 'ਚ ਮਿਲੇ ਅਤੇ ਸਾਨੂੰ ਇਹ ਨਿਧਾਨ ਸੀ ਜਿਹੜਾ ਇਹ ਖਜ਼ਾਨੇ ਦੀ ਪ੍ਰਾਪਤੀ ਅਤੇ ਗੁਰਤਾ ਗੱਦੀ ਮਿਲੀ। ਸੋ ਇਸ ਵਾਸਤੇ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਸਾਰਾ ਦੱਸਿਆ ਗਿਆ, ਸਾਰਾ ਭੇਦ ਦਿੱਤਾ ਗਿਆ ਸ਼ਬਦਾਂ ਦੇ ਵਿੱਚ। ਪਰ ਮਹਾਰਾਜ ਕਹਿੰਦੇ ਵੀ ਇਹਨੂੰ ਬੁੱਝੇਗਾ ਕੋਈ ਵਿਰਲਾ ਹੀ। ਸ਼ਬਦਾਂ ਮਾਹੇ ਵਖਾਣੀਏ ਬਿਰਲਾ ਤਾਂ ਬੂਝੇ ਕੋਈ। ਵੀ ਸ਼ਬਦਾਂ ਦੇ ਵਿੱਚ ਵਿਖਿਆਨ ਤਾਂ ਸਾਰਾ ਕੀਤਾ ਗਿਆ, ਭੇਦ ਸਾਰਾ ਦਿੱਤਾ ਗਿਆ। ਪਰ ਜੋ ਗੁਰਬਾਣੀ ਹੈ ਚੌਥੇ ਪਦ ਦੀ ਸਾਡੇ ਦੇਸ਼ ਦੀ ਗੱਲ ਕਰਦੀ
ਜਦ ਤੱਕ ਹੁਣ ਅਸੀਂ ਚੌਥੇ ਪਦ ਵਿੱਚ ਜਾਂਦੇ ਨਹੀਂ, ਸਾਨੂੰ ਭੇਤ ਨਹੀਂ ਆਉਂਦਾ। ਉਹ ਫਿਰ ਜੀਵ ਇਸ ਸਰੀਰ ਦੇ ਨਾਲ ਜੁੜੇ ਹੋਣ ਕਰਕੇ ਉਹ ਫਿਰ ਸਰੀਰ ਦੇ ਨਾਲ ਹੀ ਸਾਖੀਆਂ ਜੋੜ ਲੈਂਦੇ, ਮਨ ਘੜਤ ਵੀ ਇੱਦਾਂ ਹੋਇਆ ਹੋਣਾ ਜੀ। ਅਤੇ ਹਾਲਾਂਕਿ ਗੁਰਬਾਣੀ ਗੁਰੂ ਵਿੱਚ ਉਹਦਾ ਕੋਈ ਜ਼ਿਕਰ ਨਹੀਂ ਆਉਂਦਾ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਬਈ ਗੁਰਬਾਣੀ ਜੋ ਹੈ ਇਹ ਤ੍ਰੈ ਗੁਣਾਂ ਤੋਂ ਉੱਪਰ ਦੀ ਵਿਚਾਰ ਹੈ, ਚੌਥੇ ਪਦ ਦੀ ਬਾਣੀ। ਇਹਨੂੰ ਗੁਰਮੁਖ ਹੀ ਵਿਚਾਰ ਸਕਦਾ, ਅਤੇ ਜਦੋਂ ਵਿਚਾਰ ਹੋਏਗੀ ਗੁਰਬਾਣੀ ਦੀ, ਅਸੀਂ ਧਿਆਨ ਦੇ ਨਾਲ ਸੁਣਾਂਗੇ ਅਤੇ ਅਸੀਂ ਉੱਥੇ ਹੀ ਚਲੇ ਜਾਵਾਂਗੇ ਜਿੱਥੇ ਦੀ ਗੁਰਬਾਣੀ ਗੁਰੂ ਗੱਲ ਕਰਦੀ। ਇਹ ਗੱਲ ਕਰਦੇ ਸਾਡੇ ਦੇਸ਼ ਦੀ, ਚੌਥੇ ਪਦ ਦੀ, ਆਪਣੇ ਘਰ ਦੀ। ਮਹਾਰਾਜ ਇਸ ਲਈ ਫਰਮਾਉਂਦੇ, ਬਾਣੀ ਬਿਰਲੋ ਵਿਚਾਰਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਈ। ਜੇ ਅਸੀਂ ਗੁਰਬਾਣੀ ਗੁਰੂ ਨੂੰ ਧਿਆਨ ਦੇ ਨਾਲ ਵਿਚਾਰੀਏ ਜਾਂ ਧਿਆਨ ਦੇ ਨਾਲ ਅਸੀਂ ਵਿਚਾਰ ਨੂੰ ਸੁਣੀਏ, ਸਾਡੇ ਮਨ ਦਾ ਵਾਸਾ ਨਿਜ ਘਰ ਹੋ ਜਾਂਦਾ, ਸਾਨੂੰ ਵਿਚਾਰਾਂ ਤੋਂ ਫੁਰਨਿਆਂ ਤੋਂ ਰਹਿਤ ਕਰ ਦਿੱਤੀ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਜਿਹੜਾ ਸਰੀਰ ਹੈ, ਸਰੀਰ ਦੀ ਕੋਈ ਗੱਲ ਨਹੀਂ ਹੈ। ਸਰੀਰ ਨੂੰ ਤਾਂ ਗੁਰੂ ਨਾਨਕ ਦੇਵ ਜੀ ਨੇ ਘਰ, ਪਿੰਡ, ਖੇਤ, ਦੇਸ਼, ਧਰਤੀ ਕਹਿ ਕੇ ਪਾਸੇ ਕਰ ਦਿੱਤੇ। ਜਿਹੜੀ ਕਹਾਣੀ ਚੱਲਦੀ ਉਹ ਸਾਰੀ ਅੰਦਰ ਦੀ ਚੱਲਦੀ, ਮਨ ਦੀ ਚੱਲਦੀ। ਇਹ ਸਰੀਰ ਦੀ ਕੋਈ ਗੱਲ ਨਹੀਂ, ਤਾਂ ਘਰ ਹੈ। ਹੁਣ ਜਿਹੜੀ ਵਿਚਾਰ ਹੋਣੀ ਉਹ ਸਾਰੀ ਮਨ ਦੀ ਹੋਣੀ, ਮਨ ਦੀ ਪਰਖ ਹੋਣੀ, ਸਰੀਰ ਦੀ, ਤਨ ਦੀ ਪਰਖ ਨਹੀਂ ਹੋਣੀ, ਮਨ ਦੀ ਪਰਖ ਹੋਣੀ। ਬਈ ਮਨ ਸਾਡਾ ਹੁਕਮ ਦੇ ਵਿੱਚ ਆਇਆ ਕਿ ਜਾਂ ਨਹੀਂ ਆਇਆ, ਮਨ ਸਾਡਾ ਜਾਗਿਆ ਕਿ ਜਾਂ ਨਹੀਂ ਜਾਗਿਆ, ਸੁੱਤਾ ਪਿਆ। ਜੇ ਹੁਣ ਮਨ ਸਾਡਾ ਸੁੱਤਾ ਪਿਆ ਹੈ ਅਤੇ ਫਿਰ ਅਸੀਂ ਕਾਬਲ ਹੀ ਨਹੀਂ ਵੀ ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਪਰਖ ਸੀ ਜਿਹੜੀ ਉਹ ਮਨ ਦੀ ਹੋਣੀ ਸੀ। ਅਤੇ ਭਾਈ ਲਹਿਣਾ ਜੀ ਜਾਗੇ, ਉਹਨਾਂ ਦਾ ਮਨ ਜਾਗੇ ਆ, ਅਤੇ ਉਹਨਾਂ ਨੂੰ ਫਿਰ ਅੱਗੇ ਗੁਰਤਾ ਗੱਦੀ ਮਿਲ ਗਈ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਸਾਰੀ ਕਹਾਣੀ ਮਨ ਦੀ ਹੈ। ਜੇ ਮਨ ਸਾਡਾ ਸੁੱਤਾ ਪਿਆ, ਹੁਣ ਇਹ ਤੁਹਾਨੂੰ ਜਿੰਨਾ ਮਰਜ਼ੀ ਸਵਾਰੀ ਜਾਈਏ, ਤਨ 'ਤੇ ਜਿੰਨਾ ਮਰਜ਼ੀ ਸੋਹਣਾ ਲਿਬਾਸ ਪਾ ਲਈਏ, ਗੁਰੂ ਨੇ ਜਾਂ ਮਾਲਕ ਨੇ ਸਾਡੇ ਤਨ 'ਤੇ ਤਾਂ ਨਹੀਂ ਨਾ ਉਹਨੇ ਭੇਜਣਾ ਇੰਨੇ ਨਾਲ। ਉਹਨਾਂ ਨੇ ਤਾਂ ਮਨ ਦੀ ਪਰਖ ਕਰਨੀ ਵੀ ਸਾਡਾ ਮਨ ਕਿੱਥੇ ਬੈਠਾ। ਜੇ ਤਾਂ ਸਾਡਾ ਮਨ ਜਾਗ ਪੈਂਦਾ ਹੈ, ਇਹ ਘਰ ਚਲਾ ਗਿਆ, ਹੁਕਮ ਦੇ ਵਿੱਚ ਆ ਗਿਆ, ਫਿਰ ਤਾਂ ਸਾਨੂੰ ਕਹਿੰਦੇ ਵੀ ਇਹ ਮਾਲਕ ਕਹਿੰਦੇ ਮੇਰਾ ਹੀ ਰੂਪ ਹੈ, ਇਹਦੇ ਅਤੇ ਮੇਰੇ ਵਿੱਚ ਕੋਈ ਫਰਕ ਨਹੀਂ, ਕੋਈ ਅੰਤਰ ਨਹੀਂ। ਇਹ ਮਨ ਖਾਲਸਾ ਹੋ ਗਿਆ। ਇਹ ਖਾਲਸੇ ਨੂੰ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਪਰਮਾਤਮਾ ਵੱਲੀ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋਂ ਕਰੂ ਨਿਵਾਸ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ। ਬਈ ਇਹ ਖਾਲਸਾ ਨਿਆਰਾ ਹੈ। ਨਿਆਰਾ ਕਿਵੇਂ? ਤ੍ਰੈ ਗੁਣਾਂ ਤੋਂ ਉੱਪਰ, ਚੌਥੇ ਪਦ ਦੇ ਵਿੱਚ। ਜਦ ਤੱਕ ਤਾਂ ਇਹ ਨਿਆਰਾ ਹੈ, ਉਹਨਾਂ ਸਮਾਂ ਇਹ ਮੇਰਾ ਹੀ ਰੂਪ ਹੈ, ਮੇਰੇ ਤੇ ਇਹਦੇ ਵਿੱਚ ਕੋਈ ਫਰਕ ਨਹੀਂ, ਕੋਈ ਅੰਤਰ ਨਹੀਂ। ਜਦੋਂ ਇਹ ਤ੍ਰੈ ਗੁਣਾਂ 'ਚ ਚਲਾ ਜਾਂਦਾ, ਜਾ ਕੇ ਸੌਂ ਜਾਂਦਾ, ਫਿਰ ਇਹਦੀ ਪ੍ਰਤੀਤ ਨਹੀਂ, ਫਿਰ ਮਾਲਕ ਨਹੀਂ ਸਾਡੇ 'ਤੇ ਭਰੋਸਾ ਕਰਦਾ, ਫਿਰ ਨਹੀਂ ਪ੍ਰਤੀਤ ਨਹੀਂ ਕਰਦੇ। ਫਿਰ ਮਹਾਰਾਜ ਇਸ ਲਈ ਫਰਮਾਉਂਦੇ, ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਉ ਮੈਂ ਸਾਰਾ, ਜਾਵੇ ਗਹੇ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਹੁਣ ਵਿਪਰਨ ਦੀ ਰੀਤ ਕੀ ਹੈ? ਵੀ ਜਦੋਂ ਅਸੀਂ ਤ੍ਰੈ ਗੁਣਾਂ 'ਚ ਆ ਕੇ ਸੌਂ ਗਏ, ਜਦੋਂ ਅਸੀਂ ਭਰਮ ਦੇ ਵਿੱਚ ਆ ਕੇ ਪੈ ਗਏ, ਅਤੇ ਫਿਰ ਨਹੀਂ ਸਾਡੇ 'ਤੇ ਭਰੋਸਾ ਕਰਦਾ, ਫਿਰ ਨਹੀਂ ਪ੍ਰਤੀਤ ਕਰਦੀ।
ਪ੍ਰਤੀਤ ਉਦੋਂ ਹੈ ਜਦੋਂ ਇਹ ਨਿਆਰਾ, ਜਦੋਂ ਇਹ ਤ੍ਰੈ ਗੁਣਾਂ ਤੋਂ ਉੱਪਰ ਹੈ। ਉਦੋਂ ਮਹਾਰਾਜ ਕਹਿੰਦੇ ਮੇਰਾ ਹੀ ਰੂਪ ਹੈ, ਇਹਦੇ ਤੇ ਮੇਰੇ ਵਿੱਚ ਕੋਈ ਫਰਕ ਨਹੀਂ, ਕੋਈ ਅੰਤਰ। ਇਹ ਖਾਲਸਾ ਮੇਰਾ ਰੂਪ ਹੈ, ਖਾਲਸਾ ਮੇਰਾ ਸਤਿਗੁਰੂ ਹੈ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਸਾਰੀ ਅਵਸਥਾ ਇਹ ਸਾਡੇ ਮਨ ਦੀ। ਮਨ ਨੇ ਹੀ ਸੰਤ ਬਣਨਾ, ਇਹ ਨਹੀਂ ਸਾਧੂ ਬਣਨਾ, ਇਹ ਨਹੀਂ ਭਗਤ ਬਣਨਾ, ਇਹਨੇ ਹੀ ਗੁਰਸਿੱਖ ਬਣਨਾ, ਇਹਨੇ ਹੀ ਸੰਤ ਸਿਪਾਹੀ ਬਣਨਾ। ਇਹ ਸਾਰੀ ਅਵਸਥਾ ਮਨ ਦੀ। ਕਿਸੇ ਪਹਿਰਾਵੇ ਦਾ ਨਾਂ ਸੰਤ ਜਾਂ ਪਹਿਰਾਵੇ ਦਾ ਨਾਂ ਸੰਤ ਸਿਪਾਹੀ ਨਹੀਂ ਹੈ। ਇਸੇ ਇਕੱਲੇ ਬਾਹਰੀ ਪਹਿਰਾਵੇ ਦਾ ਨਾਂ ਖਾਲਸਾ ਨਹੀਂ ਹੈ। ਇਹ ਖਾਲਸਾ ਸਾਡੇ ਮਨ ਦੀ ਅਵਸਥਾ। ਸੰਤ ਸਾਡੇ ਮਨ ਨੇ ਬਣ। ਹੁਣ ਆਪਣਾ ਮਨ ਕਦੋਂ ਸੰਤ ਬਣਦਾ? ਜਦੋਂ ਸਾਡੇ ਅੰਦਰ ਅਨਹਦ ਬਾਣੀ ਪ੍ਰਗਟ ਹੁੰਦੀ, ਆਪਾਂ ਉੱਥੇ ਆਸਣ ਲਾਉਂਦੇ। ਨਿਜ ਮਹਿਲ ਆਪਣੇ ਘਰ ਦੇ ਵਿੱਚ ਸਾਡਾ ਮਨ ਵੱਸਦਾ, ਉਦੋਂ ਕਹਿੰਦੇ ਮੇਰਾ ਸੰਤ। ਮਾਰੇ ਫਰਮਾਉਂਦੇ ਤਹਿ ਗੀਤ ਨਾਦ ਅਖਾਰੇ ਸੰਗਾ, ਊਹਾਂ ਸੰਤ ਕਰੇ ਹਰ ਰੰਗਾ। ਵੀ ਜਿੱਥੇ ਅਨਹਦ ਬਾਣੀ ਚੱਲਦੀ ਸਾਡੇ ਅੰਦਰ, ਉੱਥੇ ਜਦੋਂ ਸਾਡਾ ਮਨ ਆਸਣ ਲਾ ਲੈਂਦਾ, ਕਹਿੰਦੇ ਸੰਤ ਹੈ। ਜਦੋਂ ਅਸੀਂ ਨਾਦ ਦੇ ਵਿੱਚ, ਜਿਹਨੂੰ ਸ਼ਬਦ ਗੁਰੂ ਕਹਿੰਦੇ, ਉੱਥੇ ਆਸਣ ਲਾਉਂਦਾ, ਕਹਿੰਦੇ ਮੇਰਾ ਸਾਧੂ ਹੈ। ਜਦੋਂ ਅਸੀਂ ਇਹ ਸੁੰਨ ਮੰਡਲ ਹੈ ਜਿਹੜਾ ਖਾਲੀ ਖਲਾ, ਇਹਨੂੰ ਸੂਖ ਮਹਿਲ ਕਹਿੰਦੇ, ਧਰਤੀ ਤੋਂ ਅਸਮਾਨ ਤੱਕ ਜਿਹੜਾ ਆਪਾਂ ਦੇਖਦੇ। ਜਦੋਂ ਸਾਡਾ ਮਨ ਇੱਥੇ ਸੂਖ ਮਹਿਲ ਦੇ ਵਿੱਚ ਆਸਣ ਲਾ ਲੈਂਦਾ, ਇੱਥੇ ਵਸਣਾ ਸ਼ੁਰੂ ਕਰ ਦਿੰਦਾ, ਉਦੋਂ ਮਹਾਰਾਜ ਕਹਿੰਦੇ ਵੀ ਇਹ ਮੇਰਾ ਭਗਤ। ਸਤਿਗੁਰੂ ਫਰਮਾਉਂਦੇ ਸੂਖ ਮਹਿਲ ਜਾ ਕੇ ਉੱਚ ਦਵਾਰੇ, ਤਾਵੇਂ ਵਸੇ ਭਗਤ ਪਿਆਰੇ। ਬਈ ਸੂਖ ਮਹਿਲ ਦੇ ਵਿੱਚ ਜਿਹੜੇ ਵੱਸਦੇ, ਉਹ ਕਹਿੰਦੇ ਮੇਰੇ ਭਗਤ ਨੇ, ਮੇਰੇ ਪਿਆਰੇ। ਹੁਣ ਇਹ ਸਾਰੀ ਸਾਡੇ ਮਨ ਦੀ ਅਵਸਥਾ। ਵੀ ਮਨ ਨਹੀਂ ਸੰਤ ਬਣਨਾ, ਇਹ ਨਹੀਂ ਸਾਧੂ, ਇਹ ਨਹੀਂ ਭਗਤ ਬਣਨਾ, ਇਹਨੇ ਮਨ ਨੇ ਹੀ ਗੁਰਮੁਖ ਬਣਨਾ। ਗੁਰਮੁਖ ਦੀ ਜਿਹੜੀ ਅਵਸਥਾ ਉਹ ਸਭ ਤੋਂ ਉੱਤੇ ਸੀ। ਗੁਰਮੁਖ ਉਦੋਂ ਮਨ ਨੂੰ ਕਹਿੰਦੇ ਜਦੋਂ ਇਹ ਜਾਣਨ ਬਣਾ ਲੈਂਦਾ, ਕਿਤੇ ਇੱਥੇ ਆ ਕੇ ਅਨਹਦ ਬਾਣੀ 'ਤੇ ਜਾਂ ਨਾਦ 'ਤੇ ਜਾਂ ਸੂਖ ਮਹਿਲ ਦੇ ਵਿੱਚ ਚਲਾ ਜਾਂਦਾ, ਉਦੋਂ ਕਹਿੰਦੇ ਵੀ ਇਹ ਮੇਰਾ ਗੁਰਮੁਖ ਹੈ। ਅਤੇ ਜਦੋਂ ਅਸੀਂ ਸੱਚੇ ਮਹਿਲ 'ਚ ਆਸਣ ਲਾ ਲੈਂਦੇ, ਜਿੱਥੇ ਪ੍ਰਕਾਸ਼ ਹੀ ਪ੍ਰਕਾਸ਼, ਉਦੋਂ ਕਹਿੰਦੇ ਮੇਰਾ ਬ੍ਰਹਮ ਗਿਆਨੀ। ਮਹਾਰਾਜ ਕਹਿੰਦੇ ਬਈ ਜਿੱਥੇ ਫਿਰ ਸੂਖ ਮਹਿਲ ਦੇ ਵਿੱਚ ਪ੍ਰਕਾਸ਼, ਅਤੇ ਜਿੱਥੇ ਫਿਰ ਮਨ ਚੱਲਦਾ ਨਹੀਂ, ਇੱਕ ਥਾਂ 'ਤੇ ਆਸਣ ਲਾ ਕੇ ਬੈਠੇ। ਸੱਚੇ ਮਹਿਲ ਨਿਵਾਸ ਨਿਰੰਤਰ, ਆਵਾ ਗੌਣ ਚਕਾਇਆ, ਨਾ ਮਨ ਚੱਲੇ ਨਾ ਪਾਉਣਾ ਡਾਏ। ਉੱਥੇ ਮਨ ਨਹੀਂ ਚੱਲਦਾ, ਉਦੋਂ ਕਹਿੰਦੇ ਵੀ ਇਹ ਮੇਰਾ ਬ੍ਰਹਮ ਗਿਆਨੀ। ਇਹ ਜਦੋਂ ਕਿਤੇ ਸੂਖ ਮਹਿਲ, ਕਿਤੇ ਸੱਚੇ ਮਹਿਲ ਵਿੱਚ, ਕਿਤੇ ਅਨਹਦ ਬਾਣੀ 'ਤੇ, ਕਿਤੇ ਨਾਦ ਦੇ ਵਿੱਚ, ਉਹ ਫਿਰ ਗੁਰਮੁਖ ਦੀ ਅਵਸਥਾ। ਮਹਾਰਾਜ ਕਹਿੰਦੇ ਗੁਰਮੁਖ ਆਏ ਜਾਏ ਨਿਸੰਗ। ਬਈ ਗੁਰਮੁਖਾਂ ਦੇ ਦਰ ਸਦਾ ਖੁੱਲ੍ਹੇ, ਜਿੱਥੇ ਮਰਜ਼ੀ ਜਾਣ। ਗੁਰਮੁਖਾਂ ਦਾ ਪੰਥ ਸਦਾ ਖੁੱਲ੍ਹਾ, ਉਹਨਾਂ ਨੂੰ ਕੋਈ ਰੋਕ ਟੋਕ ਨਹੀਂ। ਮਹਾਰਾਜ ਫਰਮਾਉਂਦੇ ਗੁਰਮੁਖ ਦਰਗਾਹ ਮੰਨੀਏ, ਹਰ ਆਪ ਲਏ ਗਲ ਲਾਈ। ਗੁਰਮੁਖਾਂ ਨੂੰ ਪੰਥ ਪ੍ਰਗਟਾ, ਦਰ ਠਾਕ ਨਾ ਕੋਈ ਪਾਈ। ਗੁਰਮੁਖਾਂ ਦਾ ਪੰਥ ਸਦਾ ਖੁੱਲ੍ਹਾ। ਪੰਥ ਹੁੰਦਾ ਰਸਤਾ, ਵੀ ਉਹਨਾਂ ਦੇ ਰਾਹ ਸਦਾ ਖੁੱਲ੍ਹੇ। ਫਿਰ ਇਸ ਵਾਸਤੇ ਆਪਾਂ ਨੂੰ ਕਹਿੰਦੇ ਵੀ ਇਹ ਸਾਰੀ ਅਵਸਥਾ ਸਾਡੇ ਮਨ ਦੀ। ਜੇ ਹੁਣ ਅਸੀਂ ਇਹ ਅਵਸਥਾ ਤਾਂ ਨਹੀਂ ਪ੍ਰਾਪਤ ਕਰਦੇ, ਗੁਰਬਾਣੀ ਗੁਰੂ ਦੇ ਦੱਸੇ ਮਾਰਗ 'ਤੇ ਨਹੀਂ ਚੱਲਦੇ, ਫਿਰ ਮਨ ਦੀ ਅਵਸਥਾ ਕੀ ਹੁੰਦੀ? ਫਿਰ ਮਨ ਹੀ ਪ੍ਰੀਤ ਬਣ ਜਾਂਦਾ। ਫਿਰ ਇਹਨੂੰ ਹੀ ਮਨਮੁਖ ਕਹਿੰਦੇ, ਇਹਨੂੰ ਹੀ ਸਾਕਤ, ਇਹਨੂੰ ਹੀ ਅੰਧ ਗਿਆਨੀ ਕਹਿੰਦੇ, ਇਹਨੂੰ ਮੂਰਖ ਕਹਿੰਦੇ। ਫਿਰ ਇਹਨੂੰ ਹੀ ਪਸ਼ੂ ਕਹਿੰਦੇ, ਇਹਨੂੰ ਪ੍ਰੀਤ ਕਹਿੰਦੇ, ਇਹਨੂੰ ਪਸ਼ੂਆਂ ਤੋਂ ਭੈੜਾ ਕਹਿੰਦੇ। ਫਿਰ ਇਹੋ ਹਾਲਤ ਫਿਰ ਇਹ ਮਨ ਦੀ।
ਜਦੋਂ ਇਹ ਮਨਮੁਖ ਹੋਇਆ ਹੁੰਦਾ। ਜਿਹੜੇ ਜੀਵ ਫਿਰ ਨਹੀਂ ਸਤ ਸੰਗਤ ਕਰਦੇ, ਨਹੀਂ ਸਤਿਗੁਰਾਂ ਦੀ ਹਜ਼ੂਰੀ ਵਿੱਚ ਆਉਂਦੇ, ਫਿਰ ਉਹਨਾਂ ਪਰਥਾ ਇਹ ਕਹਿੰਦੇ ਵੀ ਇਹ ਪਸ਼ੂ ਨੇ, ਪਸ਼ੂਆਂ ਵਾਂਗੂ ਇਹ ਭਾਰ ਢਾਉਂਦੇ ਨੇ, ਨਿੰਦਿਆ ਕਰ ਕਰਕੇ, ਵੈਰ ਵਿਰੋਧ ਕਰ ਕਰਕੇ। ਮਹਾਰਾਜ ਇਸ ਲਈ ਫਰਮਾਉਂਦੇ, ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਸ਼ ਢੋਰ, ਜਿਨ ਕੀਤੀ ਤਿਸੇ ਨਾ ਜਾਣਨੀ, ਬਿਨ ਨਾਮੀ ਸਭ ਚੋਰ। ਬਈ ਜਿਹਨੇ ਪੈਦਾ ਕੀਤਾ ਉਹਨੂੰ ਜਾਣਿਆ ਨਹੀਂ, ਨਾਮ ਨੂੰ ਬੁੱਝਿਆ ਨਹੀਂ, ਤੇ ਚੋਰ ਨੇ। ਇਹ ਚੋਰ ਵੀ ਨੇ ਤੇ ਸਤਿਗੁਰੂ ਕਹਿੰਦੇ ਪਸ਼ੂਆਂ ਵਰਗੇ ਨੇ, ਕਿਉਂਕਿ ਭਾਰ ਢਾਉਂਦੇ, ਜਿਵੇਂ ਪਸ਼ੂ ਭਾਰ ਢਾਉਂਦਾ ਇਸੇ ਤਰ੍ਹਾਂ ਭਾਰੀ ਢੋਈ ਜਾਂਦੇ। ਸੋ ਜਿਹੜੇ ਜੀਵ ਫਿਰ ਨਹੀਂ ਸਤ ਸੰਗਤ ਕਰਦੇ, ਉਹਨਾਂ ਨੂੰ ਕਹਿੰਦੇ ਉਹਨਾਂ ਦਾ ਜਿਉਣਾ ਧਰਕ, ਵੀ ਲਾਹਨਤ ਪਾਉਂਦੇ ਮਹਾਰਾਜ ਵੀ ਇਹੋ ਜਿਹੇ ਜੀਵਨ ਦੇ ਉੱਤੇ। ਫਰਮਾਉਂਦੇ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਵੇ, ਧਰਗ ਜੀਵੇ ਧਰਗ ਜੀਵਾਸ। ਬਈ ਉਹਨਾਂ ਦਾ ਜਿਉਣਾ ਧਰਗ ਜਿਹੜੇ ਸਤ ਸੰਗਤ ਨਹੀਂ ਕਰਦੇ। ਜੋ ਪਹਿਨਦੇ ਉਹਨਾਂ ਦਾ ਪਹਿਨਣਾ ਧਰਗ, ਜੋ ਖਾਂਦੇ ਉਹਨਾਂ ਦਾ ਖਾਣਾ ਧਰਗ। ਜਦੋਂ ਸੌਂਦੇ ਮਹਾਰਾਜ ਕਹਿੰਦੇ ਤੁਹਾਡਾ ਸੌਣਾ ਵੀ ਧਰਗ। ਜਿਸ ਪਰਿਵਾਰ ਕੁਟੁੰਬ ਦੀ ਖਾਤਰ ਉਹ ਕਰਮ ਕਰਦੇ, ਉਹ ਕਹਿੰਦੇ ਸਾਰਾ ਪਰਿਵਾਰ ਹੀ ਤੁਹਾਡਾ ਕੁਟੁੰਬ ਹੀ ਧਰਗ। ਬਈ ਜੇ ਹੁਣ ਤੁਸੀਂ ਜਿਸ ਮਾਲਕ ਪਰਮਾਤਮਾ ਪਤੀ ਪਰਮੇਸ਼ਰ ਨੇ ਸਾਨੂੰ ਜੀਵਨ ਦਿੱਤਾ, ਜੇ ਅਸੀਂ ਉਹਦੇ ਨਾਲ ਮਿਲਾਪ ਹੀ ਨਹੀਂ ਕੀਤਾ, ਜੇ ਅਸੀਂ ਉਹਨੂੰ ਜਾਣਿਆ ਹੀ ਨਹੀਂ, ਮਹਾਰਾਜ ਫਰਮਾਉਂਦੇ ਧਰਗ ਧਰਗ ਖਾਇਆ, ਧਰਗ ਧਰਗ ਸੋਇਆ, ਧਰਗ ਧਰਗ ਕਾਪੜ ਅੰਗ ਚੜਾਇਆ, ਧਰਗ ਸਰੀਰ ਕੁਟੁੰਬ ਸਹਿਤ ਸਿਉ ਜਿਤ ਹੁਣ ਖਸਮ ਨਾ ਪਾਇਓ। ਇੰਨੀਆਂ ਮਹਾਰਾਜ ਲਾਹਨਤਾਂ ਪਾਉਂਦੇ ਮਨਮੁਖ ਨੂੰ, ਇੰਨੀਆਂ ਫਟਕਾਰਾਂ ਪਾਉਂਦੇ ਵੀ ਤੁਹਾਡਾ ਜਿਉਣਾ ਹੀ ਧਰਕ। ਮਹਾਰਾਜ ਇਸ ਲਈ ਫਿਰ ਦੱਸਦੇ ਵੀ ਜਿਉਣਾ ਉਹਨਾਂ ਦਾ ਸਫਲ ਹੈ ਜੀਵਨ ਜਿਨ੍ਹਾਂ ਨੇ ਮਾਲਕ ਨਾਲ ਮਿਲਾਪ ਕਰ ਲਿਆ, ਜਿਹੜੇ ਪਰਮਾਤਮਾ ਵਾਹਿਗੁਰੂ ਨੂੰ ਮਿਲ ਗਏ, ਜਿਹੜੇ ਇਸ ਮਾਰਗ 'ਤੇ ਜਿਹੜੇ ਭਗਤੀ ਕਰਦੇ। ਸਤਿਗੁਰੂ ਫਰਮਾਉਂਦੇ ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨ ਜੀਵੇ ਕੋਏ, ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੀਤਾ ਕਿਛ ਖਾਏ। ਮਨਮੁਖ ਦਾ ਤਾਂ ਖਾਣਾ ਵੀ ਹਰਾਮ ਹੈ। ਸਤਿਗੁਰੂ ਕਹਿੰਦੇ ਉਹਦਾ ਜੀਵਨ ਹੀ ਸਾਰਾ ਵਿਅਰਥ। ਇਸ ਵਾਸਤੇ ਫਿਰ ਸਮਝਾਉਂਦੇ ਵੀ ਉਦੋਂ ਜਦੋਂ ਜੀਵ ਆਪਦੀ ਮੱਤ ਦੁਆਰਾ ਚੱਲਦਾ, ਫਿਰ ਉਦੋਂ ਕਹਿੰਦੇ ਵੀ ਇਹ ਮਨਮੁਖ ਹੈ, ਮੂਰਖ। ਬਈ ਇਹਨਾਂ ਨੂੰ ਮਾਨਸ ਜਾਮਾ ਤਾਂ ਮਿਲ ਗਏ, ਪਰ ਇਹ ਮਾਨਸ ਜਾਮੇ ਵਿੱਚ ਹੁੰਦੇ ਹੋਏ ਵੀ ਇਹ ਪਸ਼ੂਆਂ ਤੋਂ ਵੀ ਭੈੜੇ ਨੇ। ਮਾਰੇ ਫਰਮਾਉਂਦੇ ਕਰਤੂਤ ਪਸ਼ੂ ਕੀ ਮਾਨਸ ਜਾਤ। ਵੀ ਦੇਖਣ ਨੂੰ ਤਾਂ ਕਹਿੰਦੇ ਮਾਨਸ ਨੇ, ਪਰ ਕਰਤੂਤਾਂ ਪਸ਼ੂਆਂ ਵਾਲੀਆਂ, ਪਸ਼ੂਆਂ ਵਾਂਗੂ ਲੜਦੇ ਝਗੜਦੇ ਨੇ, ਉਹਨਾਂ ਵਾਂਗੂ ਵੈਰ ਵਿਰੋਧ ਕਰਦੇ। ਇਸ ਕਰਕੇ ਕਹਿੰਦੇ ਦੇਖਣ ਨੂੰ ਕਹਿੰਦੇ ਮਾਨਸ ਨੇ, ਪਰ ਕਰਤੂਤਾਂ ਪਸ਼ੂਆਂ ਵਾਲੀਆਂ। ਫਿਰ ਇਸ ਵਾਸਤੇ ਸਮਝਾਉਂਦੇ ਵੀ ਬੜੇ ਚਿਰਾਂ ਬਾਅਦ ਮਾਨਸ ਜਾਮਾ ਤਾਂ ਮਿਲ ਗਏ, ਪਰ ਮਾਨਸ ਜਾਮੇ ਵਿੱਚ ਹੁੰਦੇ ਹੋਏ ਜਿਹਨੇ ਸਾਡੀ ਸਿਰਜਣਾ ਕੀਤੀ ਵਾਹਿਗੁਰੂ ਨੇ, ਜੇ ਅਸੀਂ ਉਹਨੂੰ ਜਾਣਿਆ ਹੀ ਨਹੀਂ, ਉਹਦੇ ਸਨਮੁਖ ਹੀ ਨਹੀਂ ਹੋਏ, ਜੋ ਸਾਡੇ ਵਾਸਤੇ ਹੁਕਮ ਨਾਮ, ਉਹ ਹੁਕਮ ਨੂੰ ਬੁੱਝਿਆ ਹੀ ਨਹੀਂ, ਹੁਕਮ ਦੇ ਵਿੱਚ ਹੀ ਨਹੀਂ ਆਏ। ਫਿਰ ਕਹਿੰਦੇ ਵੀ ਇਹ ਪਸ਼ੂ ਤੇ ਪ੍ਰੇਤਾਂ ਤੋਂ ਵੀ ਭੈੜੇ ਨੇ। ਮਾਰੇ ਫਰਮਾਉਂਦੇ ਚਰਨ ਕਾਲ ਪਾਈ ਦੁਰਲੰਭ ਦੇ, ਨਾਮ ਬਿਹੂਣੀ ਹੋਈ ਖੇ, ਅਸ਼ੂ ਪ੍ਰੇਤ ਮੁਗਤ ਤੇ ਬੁਰੀ, ਤਿਸੇ ਨਾ ਬੂਝੇ ਜੈਨੇ ਹੁਸਰੀ। ਬਈ ਜਿਹਨੇ ਸਿਰਜਣਾ ਕੀਤੀ ਵਾਹਿਗੁਰੂ ਨੇ, ਉਹਨੂੰ ਪਹਿਚਾਣਿਆ ਹੀ ਨਹੀਂ। ਤੇ ਫਿਰ ਕਹਿੰਦੇ ਕੀ ਤੋਂ ਭੈੜੇ, ਕਹਿੰਦੇ ਪਸ਼ੂ ਪ੍ਰੇਤ ਮੁਗਤ ਤੇ ਬੁਰੀ। ਬਈ ਉਦੋਂ ਵੀ ਬੁਰੇ ਨੇ, ਉਦੋਂ ਵੀ ਭੈੜੇ ਨੇ।
ਇਸ ਵਾਸਤੇ ਫਿਰ ਜਦੋਂ ਤਾਂ ਜੀਵ ਆਪਦੀ ਮੱਤ ਦੁਆਰਾ ਚੱਲਦਾ ਉਦੋਂ ਫਿਰ ਇਸ ਤਰ੍ਹਾਂ ਮਨ ਨੂੰ ਕਹਿੰਦੀ ਬਈ ਇਹ ਮੂਰਖ ਹੈ, ਪ੍ਰੀਤ ਬਣਿਆ ਹੋਇਆ, ਇਹ ਮਨਮੁਖ ਹੈ, ਅੰਧ ਗਿਆਨੀ ਹੈ, ਇਹ ਸਾਕਤ ਦਾ ਸੰਗ ਨਾ ਕਰੋ। ਕਬੀਰ ਸਾਕਤ ਸੰਗ ਨਾ ਕੀਜੀਏ, ਦੂਰੋਂ ਜਾਈਏ ਭਾਗ। ਬਈ ਜਿਹੜਾ ਸਾਕਤ ਉਹ ਇਸ ਤਰ੍ਹਾਂ ਵੀ ਜਿਵੇਂ ਇੱਕ ਕੇਲਾ ਹੁੰਦਾ ਤੇ ਕੇਲੇ ਦੇ ਨੇੜੇ ਬੇਰੀ ਹੋਵੇ। ਹੁਣ ਉਹ ਕੇਲਾ ਜਿਹੜਾ ਉਹ ਪਿਆਰ ਦੇ ਵਿੱਚ ਝੂਲਦਾ ਤੇ ਬੇਰੀ ਉਹਦੇ ਪੱਤੇ ਚੀਰਦੀ। ਉਹ ਅਵਸਥਾ ਸਾਕਤ ਦੀ, ਮਨਮੁਖ ਦੀ ਕਹਿੰਦੇ। ਵੀ ਜਿਹੜੇ ਗੁਰਮੁਖ ਨੇ ਉਹ ਪਿਆਰ ਦੇ ਵਿੱਚ ਸਿਮਰਨ ਕਰਦੇ, ਮਾਲਕ ਦਾ ਨਾਮ ਜਪਦੇ, ਤੇ ਜਿਹੜਾ ਸਾਕਤ ਉਹਨੂੰ ਸਿਮਰਨ ਚੰਗਾ ਨਹੀਂ ਲੱਗਦਾ, ਉਹ ਫਿਰ ਉਹਨਾਂ ਦੇ ਨਾਲ ਹੀ ਵੈਰ ਵਿਰੋਧ ਕਰਨਾ ਸ਼ੁਰੂ ਕਰ ਦਿੰਦਾ, ਉਹਨਾਂ ਨੂੰ ਫਿੱਕੇ ਬੋਲ ਬੋਲਦਾ, ਉਹਨਾਂ ਨੂੰ ਮਾੜਾ ਬੋਲਦਾ। ਬਈ ਜਿਵੇਂ ਬੇਰੀ ਕੇਲੇ ਦੇ ਨੇੜੇ ਹੈ, ਉਹ ਬੇਰੀ ਨੂੰ ਇੰਨੇ ਕੰਡੇ ਵੀ ਉਹਦੇ ਪੱਤੇ ਹੀ ਚੀਰ ਦਿੰਦੀ। ਮਹਾਰਾਜ ਇਸੇ ਤਰ੍ਹਾਂ ਹੀ ਦੱਸਦੇ, ਕਬੀਰ ਸਾਕਤ ਐਸਾ ਕੇਲੇ ਨਿਕਟ ਜਿਉਂ ਬੇਰ, ਉਹ ਝੂਲੇ ਉਹ ਚੀਰੀਏ, ਸਾਕਤ ਸੰਗ ਨਾ ਹੀਰ। ਵੀ ਸਾਕਤ ਇੱਦਾਂ ਦਾ, ਇੰਨੇ ਕੰਡੇ, ਇੰਨਾ ਫਿੱਕੇ ਬੋਲ ਬੋਲਦਾ, ਮਾੜੇ ਬੋਲਦਾ। ਇਸ ਵਾਸਤੇ ਫਿਰ ਕਹਿੰਦੇ ਵੀ ਸਾਕਤ ਦਾ ਸੰਗ ਨਾ ਕਰ, ਵੀ ਉਦੋਂ ਦੂਰੋਂ ਹੀ ਪਾਸੇ ਹਟ ਜਾਓ, ਕਿਉਂਕਿ ਉਹਦਾ ਪਤਾ ਕੁਛ ਨਹੀਂ ਉਹਨੇ ਬੋਲਣਾ ਕੀ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਜਿਹੜੇ ਜੀਵ ਨਹੀਂ ਸੰਗਤ ਕਰਦੇ, ਨਹੀਂ ਸਿਮਰਨ ਕਰਦੇ, ਫਿਰ ਉਹਨਾਂ ਨੂੰ ਕਹਿੰਦੇ ਵੀ ਇਹ ਪਸ਼ੂ ਨੇ, ਪ੍ਰੀਤ ਨੇ। ਇਹ ਸਤਿਗੁਰੂ ਕਹਿੰਦੇ ਵੀ ਜੇ ਮਨ ਪਸ਼ੂ ਪ੍ਰੇਤ ਵੀ ਬਣ ਗਏ, ਜੇ ਉਹ ਸਤ ਸੰਗਤ ਦੇ ਵਿੱਚ ਆਵੇ ਤੇ ਉਹ ਪ੍ਰੇਤ ਤੋਂ ਫਿਰ ਉਹ ਮਾਨਸ ਬਣ ਸਕਦਾ, ਤੇ ਮਾਨਸ ਤੋਂ ਦੇਵਤਾ ਬਣ ਸਕਦਾ, ਤੇ ਦੇਵਤੇ ਤੋਂ ਪਰਮਹੰਸ ਬਣ ਸਕਦਾ। ਇਹ ਵਡਿਆਈ ਹੈ ਸਤ ਸੰਗਤ ਦੀ। ਬਈ ਜਿਹੜਾ ਮਨ ਬੇਸ਼ੱਕ ਉਹ ਇੰਨਾ ਮੈਲਾ ਹੋ ਗਿਆ, ਕਾਲਾ ਸ਼ਾਹ ਹੋ ਗਿਆ, ਕਾਂ ਦੀ ਨਿਆਈ ਹੋ ਗਈ, ਉਹ ਕਾਂ ਤੋਂ ਵੀ ਹੰਸ ਬਣ ਸਕਦਾ ਹੈ। ਸਤ ਸੰਗਤ ਨੂੰ ਸਤਸਰ ਕਹਿੰਦੇ, ਸਰੋਵਰ ਦਾ ਨਾਮ ਦਿੱਤਾ। ਸਾਰੀ ਗੁਰਬਾਣੀ ਗੁਰੂ ਵਿੱਚ ਅੰਮ੍ਰਿਤ ਹੈ ਤੇ ਅੰਮ੍ਰਿਤਸਰ ਦਾ ਨਾਮ ਦਿੱਤਾ। ਜਦੋਂ ਅੰਮ੍ਰਿਤਮਈ ਬਾਣੀ ਦੀ ਵਿਚਾਰ ਹੁੰਦੀ, ਸਾਡਾ ਮਨ ਧੋਤਾ ਜਾਂਦਾ। ਜਿਵੇਂ ਆਪਾਂ ਅੱਗੇ ਪੁਰਾਣੇ ਸਮਿਆਂ 'ਚ ਦੇਖਦੇ ਹੁੰਦੇ ਸੀ ਵੀ ਉਹ ਕੈਲੰਡਰ ਹੁੰਦੇ ਸੀ, ਬਈ ਉਹਦੇ ਵਿੱਚ ਉਹ ਛਪੜੀ ਦੇ ਕਾਲੇ ਕਾਂ ਵੜਦੇ ਤੇ ਚਿੱਟੇ ਹੋ ਨਿਕਲੀ ਜਾਂਦੇ। ਹੁਣ ਉਹ ਕੋਈ ਇੱਦਾਂ ਨਹੀਂ, ਉਹ ਤਾਂ ਸਿਰਫ ਆਪਾਂ ਨੂੰ ਸਮਝਾਉਣ ਵਾਸਤੇ ਵੀ ਕਾਲੇ ਤੋਂ ਉਹਦਾ ਕਾਂ ਚਿੱਟਾ ਨਹੀਂ ਹੁੰਦਾ। ਹੁਣ ਉਹ ਸਾਡੇ ਮਨ ਦੀ ਅਵਸਥਾ ਹੈ ਵੀ ਜਿਹੜਾ ਸਾਡਾ ਮਨ ਕਾਲਾ ਸ਼ਾਹ ਹੋ ਗਿਆ, ਕਾਂ ਦੀ ਨਿਆਈ ਹੋ ਗਈ। ਜਦੋਂ ਅਸੀਂ ਸਤ ਸੰਗਤ ਦੇ ਵਿੱਚ ਆਉਂਦੇ, ਇਹਨੂੰ ਸਤਸਰ ਸਰੋਵਰ ਕਹਿੰਦੇ, ਜਿਹਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਸਾਡਾ ਮਨ ਕਾਂ ਤੋਂ ਹੰਸ ਬਣ ਸਕਦਾ। ਹੰਸ ਚਿੱਟਾ ਹੁੰਦਾ ਵੀ ਇਹਦੀ ਕਾਲਸ ਲੈ ਜਾਂਦੀ, ਜਿਹੜੀ ਮਨ 'ਤੇ ਲੱਗੀ ਹੁੰਦੀ ਮੈਲ, ਤੇ ਮਨ ਉਜਲ ਹੋ ਜਾਂਦਾ ਤੇ ਹੰਸ ਬਣ ਜਾਂਦਾ। ਮਹਾਰਾਜ ਇਸ ਲਈ ਫਰਮਾਉਂਦੇ, ਅੰਮ੍ਰਿਤਸਰ ਸਤਿਗੁਰ ਸੱਤੇ ਬਾਦੀ, ਜਿਤ ਨਾਤੇ ਕਊਆ ਹੰਸ ਹੋਵੇ। ਬਈ ਇਹ ਸਤ ਸੰਗਤ ਦੀ ਵਡਿਆਈ ਹੈ, ਸਤ ਸੰਗਤ ਦੀ ਮਹਿਮਾ ਹੈ। ਜਿੱਥੇ ਸੱਚ ਤੇ ਨਾਮ ਦੀ ਵਡਿਆਈ ਹੁੰਦੀ, ਉਹਨੂੰ ਸਤ ਸੰਗਤ ਸਤਸਰ ਸਰੋਵਰ ਦਾ ਨਾਮ ਦਿੱਤਾ। ਜਿੱਥੇ ਕੋਈ ਸੰਸਾਰ ਦੀ ਗੱਲ ਨਹੀਂ ਹੁੰਦੀ, ਉਹਨੂੰ ਸਤ ਸੰਗਤ ਕਹਿੰਦੇ। ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਬਖਾਣੀ। ਐਸੀ ਸਤ ਸੰਗਤ ਨੂੰ ਸਤਸਰ ਸਰੋਵਰ ਕਹਿੰਦੇ। ਫਿਰ ਜਿੱਥੇ ਆ ਕੇ ਸਾਡੇ ਮਨ ਦੀ ਮੈਲ ਉਤਰਦੀ। ਹੁਣ ਬਿਨਾਂ ਭਾਗਾਂ ਤੋਂ ਸਾਨੂੰ ਇਹ ਸਤ ਸੰਗਤ, ਸਤਸਰ ਸਰੋਵਰ ਲੱਭਦਾ ਨਹੀਂ। ਤੇ ਜਦ ਤੱਕ ਜੀਵ ਸਤ ਸੰਗਤ ਨਹੀਂ ਕਰਦਾ, ਉਹ ਮੈਲ ਦੇ ਨਾਲ ਭਰਿਆ ਰਹਿੰਦਾ। ਮਾਰੇ ਫਰਮਾਉਂਦੇ, ਬਿਨ ਭਾਗਾਂ ਸਤ ਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀ ਜੇ ਜੀਓ।
ਵੀ ਸਤ ਸੰਗਤ ਤੋਂ ਬਿਨਾਂ ਮੈਲ ਦੇ ਨਾਲ ਭਰਿਆ ਹੋਏ। ਹੁਣ ਸਤ ਸੰਗਤ ਤੋਂ ਬਿਨਾਂ ਇਹ ਸਾਡਾ ਮਨ ਸ਼ੁੱਧ ਨਹੀਂ ਹੋ ਸਕਦਾ, ਧੋਤਾ ਨਹੀਂ ਜਾ ਸਕਦਾ। ਜਿਵੇਂ ਆਮ ਜੀਵ ਕਹਿ ਦਿੰਦਾ ਜੀ ਮਨ ਸ਼ੁੱਧ ਹੋਣਾ ਚਾਹੀਦਾ ਜੀ, ਗੁਰਦੁਆਰੇ ਜਾਣ ਦੀ ਕੀ ਲੋੜ ਹੈ, ਮਨ ਸਾਫ਼ ਹੋਣਾ ਚਾਹੀਦਾ। ਜਾਂ ਮੈਨੂੰ ਬਾਣੀ ਪੜ੍ਹਨ ਦੀ ਕੀ ਲੋੜ ਹੈ, ਮਨ ਸਾਫ਼ ਹੋਣਾ ਚਾਹੀਦਾ। ਮੈਨੂੰ ਸਿਮਰਨ ਦੀ ਕੀ ਲੋੜ ਹੈ, ਵਾਹਿਗੁਰੂ ਵਾਹਿਗੁਰੂ ਕਰਨ ਦੀ ਕੀ ਲੋੜ। ਹੁਣ ਇਹ ਤੋਂ ਬਿਨਾਂ ਮਨ ਤਾਂ ਠੀਕ ਹੋ ਹੀ ਨਹੀਂ ਸਕਦਾ। ਜੇ ਅਸੀਂ ਸਤਸੰਗ ਚਾਹਾਂਗੇ ਫਿਰ ਮਨ ਨੇ ਧੋਤਾ ਜਾਣਾ, ਜੇ ਅਸੀਂ ਸਿਮਰਨ ਕਰਾਂਗੇ ਤਾਂ ਫਿਰ ਮਨ ਨੇ ਧੋਤਾ ਜਾਣਾ। ਉਹਦਾ ਤਾਂ ਮੈਲ ਦੇ ਨਾਲ ਭਰਿਆ ਹੀ ਹੋਏ। ਜਿਹੜੇ ਜੀਵ ਕਹਿੰਦੇ ਮਨ ਸਾਫ਼ ਹੋਣਾ ਚਾਹੀਦਾ, ਉਹਨਾਂ ਨੂੰ ਪਤਾ ਹੀ ਨਹੀਂ ਵੀ ਮਨ ਹੈ ਕੀ ਹੈ ਅਤੇ ਮਨ ਨੂੰ ਮੈਲ ਕਿਹੜੀ ਲੱਗੀ ਹੈ। ਹੁਣ ਇੱਕ ਜੀਵ ਜਿਹੜਾ ਮੁੱਖ ਦੇ ਵਿੱਚੋਂ ਨਿੰਦਿਆ ਕਰ ਰਿਹਾ ਅਤੇ ਉਹ ਆਖੇ ਮੇਰਾ ਮਨ ਬੜਾ ਸਾਫ਼, ਨਿੰਦਿਆ ਤਾਂ ਇੰਨੀ ਗੰਦਗੀ ਮੈਲ ਹੈ ਉਹੀ ਤਾਂ ਉਹਦੇ ਅੰਦਰੋਂ ਨਿਕਲ ਰਹੀ ਹੈ। ਇੱਕ ਜੀਵ ਦੁਬਦਾ ਦੀ ਈਰਖਾ ਨਫ਼ਰਤ ਦੀ ਗੱਲ ਕਰਦਾ, ਫਿੱਕੇ ਬੋਲ ਬੋਲਦਾ ਅਤੇ ਉਹ ਆਖੇ ਮੇਰਾ ਮਨ ਬੜਾ ਸਾਫ਼ ਹੈ। ਔਰ ਜਿਹੜੀ ਚੀਜ਼ ਸਾਡੇ ਅੰਦਰ ਵਸੀ ਹੁੰਦੀ ਮਨ ਦੇ ਵਿੱਚ, ਉਹੀਓ ਤਾਂ ਸਾਡੇ ਮੁੱਖ ਰਾਹੀਂ ਬਾਹਰ ਨਿਕਲਦੀ। ਮਹਾਰਾਜ ਕਹਿੰਦੇ ਜੋ ਸਾਡੇ ਮਨ ਦੇ ਵਿੱਚ ਅੰਦਰ ਹੈ ਉਹ ਛਪਾਇਆ ਸ਼ਬਦਾਂ ਨਹੀਂ, ਉਹ ਮੁੱਖ ਰਾਹੀਂ ਬਾਹਰ ਨਿਕਲੇ ਆਉਂਦਾ। ਰਮਾਉਂਦੇ ਨੇ ਅੰਤਰ ਹੋਏ ਸੋ ਨਿਕਲੇ ਨਾ ਛਪੇ ਛਪਾਇਆ, ਵੀ ਉਹ ਛਪਾਇਆ ਛੁਪਣਾ ਹੀ ਨਹੀਂ, ਜੋ ਅੰਦਰ ਹੈ ਉਹ ਮੁੱਖ ਰਾਹੀਂ ਬਾਹਰ ਆ ਜਾਂਦਾ। ਹੁਣ ਜੇ ਕੋਈ ਮੁੱਖ ਤੋਂ ਕਿਸੇ ਦੇ ਨਾਲ ਵੈਰ ਵਿਰੋਧ ਈਰਖਾ ਨਫ਼ਰਤ ਦੀ ਗੱਲ ਕਰ ਰਿਹਾ, ਤੁਸੀਂ ਇਹ ਨਾ ਸਮਝੋ ਵੀ ਉਹਦਾ ਮਨ ਬੜਾ ਸਾਫ਼ ਹੈ। ਜੇ ਕੋਈ ਜੀਵ ਆਪਾਂ ਨੂੰ ਨਿੰਦਿਆ ਸੁਣਾ ਰਿਹਾ, ਇਹ ਨਾ ਸਮਝ ਲਿਓ ਵੀ ਉਹਦਾ ਮਨ ਬੜਾ ਸ਼ੁੱਧ ਹੈ। ਕਿ ਸ਼ੁੱਧ ਮਨ ਦੇ ਵਿੱਚੋਂ ਇਹ ਕੁਛ ਨਹੀਂ ਨਿਕਲਦਾ। ਜਿਹੜਾ ਮਨ ਸ਼ੁੱਧ ਹੈ, ਜਿਹੜਾ ਮਨ ਪਵਿੱਤਰ ਹੈ, ਉਹਦੇ ਵਿੱਚੋਂ ਤਾਂ ਮਾਲਕ ਦੀ ਉਸਤਤ ਅਤੇ ਵਡਿਆਈ ਹੀ ਨਿਕਲਣੀ। ਉਹਦੇ ਵਿੱਚੋਂ ਤਾਂ ਦਇਆ, ਨਰਮਤਾਈ, ਸਹਿਣਸ਼ੀਲਤਾ, ਸਬਰ, ਸੰਤੋਖ, ਜਤ ਸਤ ਹੀ ਨਿਕਲਣਾ। ਇਹ ਸਾਰਾ ਕੁਛ ਜਿਹੜਾ ਵੈਰ ਵਿਰੋਧ ਈਰਖਾ ਨਫ਼ਰਤ, ਇਹ ਮੈਲੇ ਮਨ ਦੀਆਂ ਨਿਸ਼ਾਨੀਆਂ। ਜਿਹੜਾ ਮਨ ਮੈਲਾ ਹੈ, ਜਿਹੜਾ ਮਨ ਰੋਗੀ ਹੈ, ਇਹ ਰੋਗੀ ਚਿੱਤ ਦੇ ਲੱਛਣ। ਫਿਰ ਜਿਹੜਾ ਰੋਗੀ, ਜਿਹੜਾ ਮੈਲਾ ਹੈ, ਉਹਨੂੰ ਛੋਟੀ ਛੋਟੀ ਗੱਲ 'ਤੇ ਗੁੱਸਾ ਆਉਣਾ, ਨਿੱਕੀ ਨਿੱਕੀ ਗੱਲ 'ਤੇ ਉਹਨੇ ਕਰੋਧੀ ਹੋ ਜਾਣਾ। ਉਹਨੂੰ ਪਤਾ ਹੀ ਨਹੀਂ ਵੀ ਉਹਨੇ ਕਿਹਦੇ ਨਾਲ ਲੜ ਪੈਣਾ, ਕਦੋਂ ਲੜ ਪੈਣਾ। ਹੁਣ ਇਹ ਜੀਵ ਇਹੋ ਜਿਹੇ ਕਹਿਣ ਵੀ ਮਨ ਸਾਫ਼ ਹੋਣਾ ਚਾਹੀਦਾ, ਅਤੇ ਮਨ ਕਿੰਨਾ ਕੁ ਸਾਫ਼। ਇਸ ਵਾਸਤੇ ਆਪਾਂ ਨੂੰ ਸਮਝਾਉਂਦੇ ਵੀ ਗੱਲਾਂ ਬਾਤਾਂ ਦੇ ਨਾਲ ਨਹੀਂ ਹੁੰਦਾ, ਬਈ ਬਿਨਾਂ ਭਾਗਾਂ ਤੋਂ ਸਤ ਸੰਗਤ ਨਹੀਂ ਲੱਭਦੀ, ਅਤੇ ਸਤ ਸੰਗਤ ਤੋਂ ਬਿਨਾਂ ਜੀਵ ਦਾ ਮਨ ਜਿਹੜਾ ਉਹ ਸ਼ੁੱਧ ਹੋ ਹੀ ਨਹੀਂ ਸਕਦਾ। ਇਉਂ ਮਹਾਰਾਜ ਕਹਿੰਦੇ ਵੀ ਉਹ ਬਡਭਾਗੀ ਗੁਰਮੁਖ ਜਿਨ੍ਹਾਂ ਨੂੰ ਸਤ ਸੰਗਤ ਪ੍ਰਾਪਤ ਹੈ, ਅਤੇ ਜਿਹੜੇ ਭਾਗਾਂ ਤੋਂ ਹੀਣੇ ਉਹ ਫਿਰ ਭਰਮ ਦੇ ਵਿੱਚ ਨੇ ਅਤੇ ਉਹਨਾਂ ਨੂੰ ਚੋਟਾਂ ਪੈਂਦੀਆਂ, ਉਹ ਫਿਰ ਦੁਖੀ ਰਹਿੰਦੇ। ਮਹਾਰਾਜ ਫਰਮਾਉਂਦੇ ਬਡਭਾਗੀ ਸਤ ਸੰਗਤ ਪਾਵੇ, ਭਾਗਹੀਣ ਭਰਮ ਚੋਟਾਂ ਖਾਵੇ। ਵੀ ਜਿਹੜੇ ਭਾਗਾਂ ਤੋਂ ਹੀਣੇ ਭਰਮ ਦੇ ਵਿੱਚ, ਉਹਨਾਂ ਨੂੰ ਚੋਟਾਂ ਪੈਂਦੀਆਂ ਹੀ ਰਹਿਣੀ, ਉਹਨਾਂ ਨੇ ਦੁਖੀ ਹੀ ਰਹਿਣਾ, ਉਹਨਾਂ ਦਾ ਮਨ ਸ਼ਾਂਤੀ ਰਹਿਣਾ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਿਹੜਾ ਮਨ ਅਸ਼ਾਂਤ ਹੈ, ਜਿਹੜਾ ਮਨ ਦੁਖੀ ਹੈ, ਉਹ ਰੋਗੀ ਹੈ। ਮਨ ਜਿਹੜਾ ਉਹ ਰੋਗੀ ਹੈ। ਹੁਣ ਸਤਿਗੁਰੂ ਕਹਿੰਦੇ ਵੀ ਜਿਹਨੂੰ ਵੀ ਦੇਖਦੇ ਮਨ ਨੂੰ ਉਹੀਓ ਰੋਗੀ ਹੋ ਚੁੱਕੇ, ਅਤੇ ਰੋਗ ਤੋਂ ਰਹਿਤ ਇੱਕ ਸਤਿਗੁਰੂ ਹੈ, ਗੁਰੂ। ਮਹਾਰਾਜ ਕਹਿੰਦੇ ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਹੁਣ ਜਿਹੜਾ ਜੀਵ ਰੋਗੀ ਹੈ ਅਤੇ ਉਹ ਆਖੇ ਵੀ ਮੈਂ ਦਵਾਈ ਤੋਂ ਬਿਨਾਂ ਠੀਕ ਹੋ ਜਾਂ, ਅਤੇ ਜਾਂ ਮੈਂ ਠੀਕ ਹਾਂ ਜਾਂ ਮੈਂ ਤੰਦਰੁਸਤ, ਉਹ ਝੂਠੀ ਤਸੱਲੀ ਦਿੰਦਾ ਆਪਦੇ ਆਪ ਨੂੰ, ਹਾਲਾਂਕਿ ਉਹ ਠੀਕ ਨਹੀਂ ਹੈ, ਉਹ ਰੋਗੀ ਹੈ। ਔਰ ਇਸੇ ਤਰ੍ਹਾਂ ਹੀ ਜਦ ਤੱਕ ਅਸੀਂ ਸਤਸੰਗ 'ਚ ਨਹੀਂ ਆਉਂਦੇ, ਸਾਨੂੰ ਤਾਂ ਇਹ ਵੀ ਨਹੀਂ ਪਤਾ ਵੀ ਸਾਨੂੰ ਰੋਗ ਕਿਹੜੇ ਲੱਗੇ ਨੇ।
ਜਦੋਂ ਫਿਰ ਅਸੀਂ ਸਤਿਗੁਰਾਂ ਪਾਸ ਆਉਂਦੇ ਹਾਂ, ਸਤ ਸੰਗਤ 'ਚ ਆਉਂਦੇ ਹਾਂ, ਫਿਰ ਆਪਾਂ ਨੂੰ ਸਤਿਗੁਰੂ ਦੱਸਦੇ ਵੀ ਰੋਗ ਕੀ ਨੇ ਜਿਹੜੇ ਮਨ ਨੂੰ ਲੱਗੇ। ਇਹ ਦੁਵਿਧਾ, ਈਰਖਾ, ਵੈਰ, ਵਿਰੋਧ, ਸੈਂਸੇ, ਫਿਕਰ, ਚਿੰਤਾਵਾਂ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਸਭ ਸਾਡੇ ਮਨ ਨੂੰ ਰੋਗ ਚੁੰਬੜੇ ਹੋਏ ਨੇ। ਹੁਣ ਇਹਨਾਂ ਸਾਰੇ ਰੋਗਾਂ ਦਾ ਜਿਹੜਾ ਦਾਰੂ ਹੈ ਉਹ ਨਾਮ ਹੈ। ਅਤੇ ਉਹ ਦਾਰੂ ਦੇਣ ਵਾਸਤੇ ਸਤਿਗੁਰੂ ਸਾਡੇ ਅੰਦਰ ਹੀ ਸਹਿਜ ਘਰ ਦੇ ਵਿੱਚ ਬੈਠੇ ਨੇ, ਸਹਿਜ ਗੁਫਾ ਦੇ ਵਿੱਚ ਆਸਣ ਲਾ ਕੇ ਬੈਠੇ। ਹੁਣ ਇਹ ਦਾਰੂ ਲੈਣ ਵਾਸਤੇ ਸਾਨੂੰ ਉਹਨਾਂ ਦੀ ਸ਼ਰਨ 'ਚ ਜਾਣਾ ਪੈਣਾ, ਸਾਨੂੰ ਉਹਨਾਂ ਦੇ ਪਾਸ ਜਾਣਾ ਪੈਣਾ। ਜਿਵੇਂ ਆਪਾਂ ਡਾਕਟਰਾਂ ਪਾਸ ਚੱਲ ਕੇ ਜਾਂਦੇ ਦਵਾਈ ਲੈਣ ਵਾਸਤੇ, ਸਾਨੂੰ ਜਾਣਾ ਪੈਂਦਾ। ਇਸੇ ਤਰ੍ਹਾਂ ਹੀ ਜਦੋਂ ਸਾਡਾ ਮਨ ਰੋਗੀ ਹੋ ਗਏ ਅਤੇ ਸਾਨੂੰ ਆਉਣਾ ਪਏਗਾ ਸਤ ਸੰਗਤ ਦੇ ਵਿੱਚ। ਫਿਰ ਸਤ ਸੰਗਤ ਕਰਕੇ ਫਿਰ ਸਾਨੂੰ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਜਾਣਾ ਪਏਗਾ। ਜਦੋਂ ਅਸੀਂ ਜਾਵਾਂਗੇ, ਉਹ ਵੈਦ ਸਾਡੇ ਅੰਦਰ ਬੈਠੇ ਜਿਹੜੇ ਸਾਡੇ ਮੁੱਖ ਦੇ ਵਿੱਚ ਦਾਰੂ ਪਾਉਣਗੇ ਅਤੇ ਸਾਡੇ ਰੋਗ ਸਾਰੇ ਕੱਟ ਦੇਣਗੇ। ਮਹਾਰਾਜ ਫਰਮਾਉਂਦੇ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੇ, ਕਾਟੇ ਜਮ ਕੀ ਫੰਦਾ। ਵੀ ਸਾਡੇ ਮੁਖ ਦੇ ਵਿੱਚ ਔਖਦ ਦਾਰੂ ਪਾਉਣਗੇ ਅਤੇ ਔਖਦ ਕੀ ਹੈ? ਉਹ ਹੈ ਨਾਮ। ਮਹਾਰਾਜ ਫਰਮਾਉਂਦੇ, ਸਰਬ ਰੋਗ ਕਾ ਔਖਦ ਨਾਮ, ਵੀ ਸਾਰਿਆਂ ਰੋਗਾਂ ਦਾ ਜਿਹੜਾ ਔਖਦ ਦਾਰੂ ਉਹ ਨਾਮ ਹੈ। ਜਦੋਂ ਅਸੀਂ ਸਤਿਗੁਰਾਂ ਪਾਸ ਜਾਵਾਂਗੇ ਸਹਿਜ ਘਰ ਦੇ ਵਿੱਚ, ਅਤੇ ਉਹ ਸਾਨੂੰ ਨਾਮ ਦੀ ਦਾਤ ਦਾਰੂ ਦੇਣਗੇ। ਜਦੋਂ ਸਾਨੂੰ ਦਾਰੂ ਮਿਲ ਗਈ ਅਤੇ ਸਾਡੇ ਮਨ ਨੂੰ ਜਿਹੜਾ ਇਹ ਤੇਈਆ ਤਾਪ ਚੜ੍ਹਿਆ, ਤ੍ਰੈ ਗੁਣਾਂ ਨੂੰ ਤਾਪ ਕਹਿੰਦੇ, ਜਦੋਂ ਇਹ ਅਸੀਂ ਨਾਮ ਦਾਰੂ ਲੈ ਲਾਂਗੇ ਸਾਡਾ ਤਾਪ ਉਤਰ ਜੇ। ਜਿਹਨੂੰ ਮਹਾਰਾਜ ਕਹਿੰਦੇ ਆ, ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ। ਵੀ ਜੋ ਸਤਿਗੁਰੂ ਉਹ ਸਾਡੇ ਤਿੰਨਾਂ ਤਾਪਾਂ ਨੂੰ ਲਾਉਣ ਵਾਲਾ ਹੈ। ਹੁਣ ਜਦੋਂ ਇਹ ਤ੍ਰੈ ਗੁਣਾਂ 'ਚ ਹੁੰਦਾ, ਉਦੋਂ ਇਹਨੂੰ ਕਹਿੰਦੇ ਨੂੰ ਤੀਆ ਤਾਪ ਚੜ੍ਹਿਆ ਹੋਇਆ ਮਨ ਨੂੰ। ਅਤੇ ਤਾਪ ਚੜ੍ਹਿਆ ਹੋਣ ਕਰਕੇ ਭੱਜਾ ਫਿਰ ਇੱਕ ਥਾਂ 'ਤੇ ਰੁਕਦਾ ਨਹੀਂ। ਹੁਣ ਜਦੋਂ ਅਸੀਂ ਫਿਰ ਇਹ ਦਾਰੂ ਲੈ ਲਾਂਗੇ ਸਤਿਗੁਰਾਂ ਤੋਂ, ਇਹ ਸਾਡਾ ਤਾਪ ਵੀ ਉਤਰ ਜਾਣਾ। ਜਿਹੜੇ ਸਾਡੇ ਮਨ ਦੇ ਰੋਗ, ਇਹ ਰੋਗ ਵੀ ਸਾਰੇ ਠੀਕ ਹੋ ਜਾਣੇ, ਅਤੇ ਸਾਡੇ ਮਨ ਨੇ ਸੀਤਲ ਹੋ ਜਾਣਾ, ਠੰਡਾ ਹੋ ਜਾਣਾ। ਮਹਾਰਾਜ ਫਰਮਾਉਂਦੇ, ਅਵਰ ਅਪਾਵ ਸਭ ਤਿਆਗਿਆ, ਦਾਰੂ ਨਾਮ ਲਿਆ। ਵੀ ਜਿਨ੍ਹਾਂ ਗੁਰਮੁਖਾਂ ਨੇ ਹੋਰ ਆਪਾ ਸਾਰੇ ਛੱਡ ਕੇ, ਆਪਦੀ ਮੱਤ ਛੱਡ ਕੇ, ਜਿਵੇਂ ਆਪਾਂ ਕਈ ਵਾਰ ਕੀ ਕਰਦੇ ਹਾਂ, ਬਈ ਜੀਵ ਪਹਿਲਾਂ ਨਾ ਜੇ ਕੋਈ ਰੋਗ ਲੱਗਦਾ ਉਹ ਆਪਦੇ ਕੋਲੋਂ ਆਪਾ ਕਰਦਾ, ਵੀ ਮੈਂ ਆਹ ਪਾ ਕਰ ਲਾਂ, ਆਹ ਕਰ ਲਾਂ, ਵੀ ਮੇਰਾ ਰੋਗ ਠੀਕ ਹੋ ਜੀ। ਜਦੋਂ ਸਾਰੇ ਆਪਾ ਕਰਕੇ ਹਟ ਜਾਂਦਾ ਵੀ ਠੀਕ ਤਾਂ ਹੁੰਦਾ ਨਹੀਂ, ਫਿਰ ਉਹ ਡਾਕਟਰ ਕੋਲ ਜਾਂਦਾ ਵੀ ਹੋਰ ਤਾਂ ਮੈਂ ਆਪਾ ਕਰਕੇ ਦੇਖ ਲਏ, ਬਈ ਹੁਣ ਮੈਂ ਦਵਾਈ ਲਵਾਂ ਤਾਂ ਕਿ ਮੇਰਾ ਇਹ ਠੀਕ ਹੋਵੇ ਰੋਗ। ਔਰ ਇਸੇ ਤਰ੍ਹਾਂ ਹੀ ਗੁਰਮੁਖ ਕਹਿੰਦੇ ਵੀ ਅਸੀਂ ਸਾਰੇ ਆਪਾ ਛੱਡ ਕੇ ਜਿਹੜਾ ਦਾਰੂ ਸੀ ਉਹ ਨਾਮ ਲਿਆ, ਅਤੇ ਜਿਹਦੇ ਨਾਲ ਸਾਡੇ ਮਨ ਦੇ ਜਿਹੜੇ ਰੋਗ ਸੀ ਉਹ ਸਾਰੇ ਠੀਕ ਹੋ ਗਏ। ਰੋਗ ਸੋਗ ਤਾਪ ਸਭ ਮਿਟ ਗਏ, ਸੀਤਲ ਮਨ ਪਏ। ਵੀ ਜਿਹੜਾ ਮਨ ਸੀ ਉਹ ਸੀਤਲ ਹੋ ਗਿਆ, ਠੰਡਾ ਹੋ ਗਿਆ। ਔਰ ਉਹ ਦਾਰੂ ਫਿਰ ਆਪਾਂ ਨੂੰ ਦੱਸਦੀ ਵੀ ਕਿੱਥੋਂ ਮਿਲਦੀ। ਉਹ ਦਾਰੂ ਸਾਡੇ ਅੰਦਰ ਹੀ ਸਹਿਜ ਘਰ ਦੇ ਵਿੱਚ, ਅਤੇ ਉਹ ਸਹਿਜ ਘਰ ਦੇ ਵਿੱਚ ਸਤਿਗੁਰੂ ਬੈਠੇ। ਅਤੇ ਹੁਣ ਉਹ ਘਰ ਦੇ ਵਿੱਚ ਜਾਣ ਵਾਸਤੇ ਸਾਨੂੰ ਸਿਮਰਨ ਕਰਨਾ ਪੈਣਾ, ਸਾਨੂੰ ਇਹ ਸਾਧਨ ਅਪਣਾਉਣਾ ਪੈਣਾ। ਜਦੋਂ ਅਸੀਂ ਇਹ ਸਿਮਰਨ ਕਰਾਂਗੇ, ਸਾਡਾ ਮਨ ਵਿਚਾਰਾਂ ਤੋਂ, ਫੁਰਨਿਆਂ ਤੋਂ ਰਹਿਤ ਹੋਏਗਾ, ਅਸੀਂ ਅੰਤਰਮੁਖੀ ਹੋਵਾਂਗੇ। ਫਿਰ ਅੰਤਰਮੁਖੀ ਹੋ ਕੇ ਅਸੀਂ ਸਹਿਜ ਵਿੱਚ ਜਾਵਾਂਗੇ, ਅਤੇ ਜਦੋਂ ਸਹਿਜ ਵਿੱਚ ਚਲੇ ਗਏ, ਉੱਥੇ ਵੈਦ ਬੈਠੇ, ਉਹਨਾਂ ਨੇ ਸਾਨੂੰ ਦਾਰੂ ਦੇ ਦੇਣਾ। ਫਿਰ ਜਦੋਂ ਦਾਰੂ ਦੇ ਦੇਣਗੇ, ਅਤੇ ਉਹ ਸਾਡੇ ਸਾਰੇ ਰੋਗ ਖਤਮ ਹੋ ਜਾਣਗੇ।
ਆਓ ਹੁਣ ਕਿਵੇਂ ਅਸੀਂ ਉਹ ਵੈਦ ਕੋਲ ਜਾਣਾ, ਸਹਿਜ ਘਰ ਵਿੱਚ ਜਾਣਾ, ਉਹਦੇ ਵਾਸਤੇ ਸਤਿਗੁਰੂ ਆਪਾਂ ਨੂੰ ਇਹ ਸਵਾਸ ਗਿਰਾਸ ਸਿਮਰਨ ਅਭਿਆਸ ਦੱਸਦੇ ਨੇ ਬਈ ਇਹ ਸਿਮਰਨ ਕਰਦੇ ਕਰਦੇ ਅਸੀਂ ਮਨ ਨੂੰ ਵਿਚਾਰਾਂ ਤੋਂ, ਫੁਰਨਿਆਂ ਤੋਂ ਰਹਿਤ ਕਰਦੇ ਜਾਣਾ ਅਤੇ ਅੰਤਰਮੁਖੀ ਹੁੰਦੇ ਜਾਣਾ। ਆਓ ਕਿਵੇਂ ਹੁਣ ਅਸੀਂ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਜਾਣਾ, ਉਹਦੇ ਵਾਸਤੇ ਹੁਣ ਇਹ ਆਪਾਂ ਸਿਮਰਨ ਕਰਨਾ ਹੈ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ, ਜਦੋਂ ਇਹ ਆਪਾਂ ਅਭਿਆਸ ਕਰਦੇ, ਸਿਮਰਨ ਕਰਦੇ ਕਰਦੇ ਅਸੀਂ ਜਦੋਂ ਬਿਲਕੁਲ ਮਨ ਨੂੰ ਵਿਚਾਰਾਂ ਤੋਂ ਰਹਿਤ ਕਰ ਲਾਂਗੇ, ਫਿਰ ਸਾਡਾ ਮਨ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਚਲਾ ਜਾਂਦਾ। ਜਦੋਂ ਅਸੀਂ ਬਿਲਕੁਲ ਵਿਚਾਰਾਂ ਤੋਂ ਰਹਿਤ ਹੋ ਗਏ, ਫਿਰ ਸਮਝ ਲਓ ਅਸੀਂ ਸ਼ਰਨ 'ਚ ਬੈਠੇ ਹਾਂ, ਅਤੇ ਫਿਰ ਉੱਥੇ ਨਾਮ ਨੇ ਪ੍ਰਗਟ ਹੋਣਾ ਹੀ ਹੁੰਦਾ। ਫਿਰ ਉੱਥੇ ਸੱਚ ਨੇ ਵੀ ਪ੍ਰਗਟ ਹੋਣਾ, ਪ੍ਰਕਾਸ਼। ਇਸ ਵਾਸਤੇ ਹੁਣ ਆਪਾਂ ਕੋਸ਼ਿਸ਼ ਕਰਨੀ, ਮਨ ਨੂੰ ਵਿਚਾਰਾਂ ਤੋਂ ਰਹਿਤ ਕਰਨ ਵਾਸਤੇ ਵੱਧ ਤੋਂ ਵੱਧ ਆਪਾਂ ਸਿਮਰਨ ਕਰਨਾ।
ਬਹਿੰਦੇ ਉੱਠਦੇ ਕੰਮਕਾਰ ਕਰਦੇ ਚੱਲਦੇ ਫਿਰਦੇ ਕਿਸੇ ਵੀ ਅਵਸਥਾ 'ਚ ਆਪਾਂ ਸਿਮਰਨ ਜਿਹੜਾ ਇਹ ਜਾਰੀ ਰੱਖਣਾ ਬਈ। ਹੋਰ ਚਾਹੇ ਸਾਨੂੰ ਸੰਸਾਰ ਦੀਆਂ ਗੱਲਾਂ ਸਾਰੀਆਂ ਭੁੱਲ ਜਾਣ, ਪਰ ਸਾਨੂੰ ਸਿਮਰਨ ਨਾ ਭੁੱਲੇ। ਮਾਰੇ ਫਰਮਾਉਂਦੇ ਸਭੇ ਗੱਲਾਂ ਵਿਸਰਨ, ਏਕੋ ਵਿਸਰ ਨਾ ਜਾਓ। ਬਈ ਹੋਰ ਤਾਂ ਚਾਹੇ ਸਾਨੂੰ ਸੰਸਾਰ ਦੀਆਂ ਗੱਲਾਂ ਸਾਰੀਆਂ ਭੁੱਲ ਜਾਣ, ਕੋਈ ਨਹੀਂ, ਪਰ ਮਾਲਕ ਨਾ ਭੁੱਲੇ ਸਾਨੂੰ, ਸਿਮਰਨ ਨਾ ਭੁੱਲੇ। ਇਸ ਵਾਸਤੇ ਹੁਣ ਇਹ ਆਪਾਂ ਗੁਰਮੁਖ ਵੱਧ ਤੋਂ ਵੱਧ ਅਭਿਆਸ ਕਰਨਾ। ਗੁਰਬਾਣੀ ਗੁਰੂ ਨੂੰ ਜਦੋਂ ਪੜ੍ਹਦੇ ਹਾਂ ਸਹਿਜ ਦੇ ਨਾਲ ਵਿਚਾਰਨਾ, ਖੋਜਣਾ, ਤਾਂ ਕਿ ਸਾਡਾ ਮਨ ਪਾਸੇ ਨਾ ਜਾਵੇ। ਜਦੋਂ ਅਸੀਂ ਗੁਰਬਾਣੀ ਗੁਰੂ ਨੂੰ ਵਿਚਾਰ ਕੇ ਸਹਿਜ ਦੇ ਨਾਲ ਪੜ੍ਹਾਂਗੇ, ਸਾਰੀ ਗੁਰਬਾਣੀ ਗੁਰੂ ਵਿੱਚ ਅੰਮ੍ਰਿਤ, ਸਾਡਾ ਮਨ ਧੋਤਾ ਜਾਏਗਾ। ਰਮਾਉਂਦੇ ਨੇ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੀ। ਹੁਣ ਸਾਰੀ ਗੁਰਬਾਣੀ 'ਚ ਅੰਮ੍ਰਿਤ ਹੈ, ਅਤੇ ਜੀਵ ਬਾਣੀ ਪੜ੍ਹਦਾ ਉਹਦਾ ਮਨ ਕਿਉਂ ਨਹੀਂ ਧੋਤਾ ਜਾਂਦਾ? ਕਿਉਂਕਿ ਜਦੋਂ ਅਸੀਂ ਵਿਚਾਰਦੇ ਨਹੀਂ ਸਹਿਜ ਦੇ ਵਿੱਚ, ਜਦੋਂ ਅਸੀਂ ਨਹੀਂ ਵਿਚਾਰਾਂਗੇ ਸਹਿਜ ਦੇ ਵਿੱਚ, ਅਤੇ ਫਿਰ ਨਹੀਂ ਧੋਤਾ ਜਾਂਦਾ। ਫਿਰ ਮਨ ਭੱਜਾ ਫਿਰਦਾ ਵਿਚਾਰਾਂ 'ਚ, ਫੁਰਨਿਆਂ 'ਚ ਬਾਹਰ। ਇਹ ਜਦੋਂ ਅਸੀਂ ਖੋਜਾਂਗੇ ਵਿਚਾਰਾਂਗੇ, ਮਨ ਪਾਸੇ ਨਹੀਂ ਜਾਏਗਾ, ਅਤੇ ਫਿਰ ਤਾਂ ਧੋਤਾ ਹੀ ਜਾਏਗਾ। ਦੇ ਵੱਧ ਤੋਂ ਵੱਧ ਆਪਾਂ ਸਤ ਸੰਗਤ ਕਰਨੀ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਉਸੇ ਗਿਆਨ ਨੂੰ ਹੀ ਆਪਾਂ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਆਪਣੇ ਹਿਰਦੇ 'ਚ ਵਸ ਜੇ। ਆਪਾਂ ਇਹ ਗਿਆਨ ਨੂੰ ਕਮਾ ਕੇ ਗੁਰੂ ਦੀ ਮੱਤ ਲੈ ਕੇ, ਆਪਦੀ ਮੱਤ ਜਿਹੜੀ ਸਾਡੀ ਆਪਦੀ ਸਿਆਣਪ ਉਹ ਖਤਮ ਹੋ ਜੇ, ਆਪਾਂ ਨੂੰ ਗੁਰੂ ਅਤੇ ਸਤਿਗੁਰ ਦੀ ਮੱਤ ਆ ਜੇ, ਅਤੇ ਅਸੀਂ ਆਪਦੇ ਜੀਵਨ ਦਾ ਲਾਹਾ ਖੱਟ ਕੇ ਇੱਥੋਂ ਖੁਸ਼ੀ ਖੁਸ਼ੀ ਆਪਦੇ ਘਰ ਆਪਦੇ ਦੇਸ਼ ਜਾਈਏ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਏ। ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।